ਸਾਡੇ ਨਾਲ ਖਾਸ ਮਹਿਮਾਨ ਇਸ ਵੇਲੇ ਜੁੜ ਰਹੇ ਨੇ ਰਾਜੇਸ਼ ਰਾਣਾ ਸਾਹਿਬ ਸਾਈਬਰ ਐਕਸਪਰਟ ਨੇ। ਰਾਜੇਸ਼ ਜੀ ਬਹੁਤ ਬਹੁਤ ਸਵਾਗਤ ਹੈ ਤੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਤਸਵੀਰਾਂ ਜਿਹੜੀ ਅਸੀਂ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਆਪਣੇ ਦਰਸ਼ਕਾਂ ਨੂੰ ਇਸ ਵੇਲੇ, ਉਹ ਤਸਵੀਰਾਂ ਦੇ ਵਿੱਚ ਕਿਉਂਕਿ ਕਈ ਸਾਰੇ ਸਵਾਲ ਉੱਠ ਰਹੇ ਨੇ। ਪਹਿਲਾ ਸਵਾਲ ਤਾਂ ਇਹੀ ਹੈ, ਲੋਕ ਇਹ ਸਵਾਲ ਪੁੱਛਦੇ ਨੇ ਕਿ ਇਸ ਗੱਲ ਨੂੰ ਕਿਵੇਂ ਮੰਨ ਲਈਏ ਕਿ ਆਥੈਂਟਿਕ ਹੈ। ਲੋਕਾਂ ਦੀ ਗੱਲ ਬਿਲਕੁਲ ਸਹੀ ਹੈਗੀ ਹੈ। ਸਭ ਤੋਂ ਪਹਿਲਾਂ ਆਪਾਂ ਨੂੰ ਇਹ ਜਾਣਨਾ ਪਏਗਾ ਵੀ ਇਹਨਾਂ ਦਾ ਸੋਰਸ ਕੀ ਹੈ। ਇਹ ਤਸਵੀਰਾਂ ਆ ਕਿੱਥੋਂ ਰਹੀਆਂ, ਕੌਣ ਭੇਜ ਰਿਹਾ ਤੇ ਇਹਨਾਂ ਨੂੰ ਟਾਈਮ ਤੇ ਕਿਵੇਂ ਰਿਲੀਜ਼ ਕੀਤਾ ਜਾ ਰਿਹਾ ਹੈ ਜੀ। ਸੈਕੰਡਲੀ ਆਥੈਂਟਿਸਿਟੀ, ਇਹ ਤਸਵੀਰਾਂ ਲੇਟੈਸਟ ਹੈ, ਪੁਰਾਣੀ ਹੈ, ਕਿੱਥੇ ਦੀ ਹੈ, ਇਸ ਚੀਜ਼ ਦਾ ਫਿਲਹਾਲ ਕੋਈ ਪਤਾ ਨਹੀਂ। ਜਦੋਂ ਤੱਕ ਕਿਸੇ ਵੀ ਤਸਵੀਰ ਦਾ ਕੋਈ ਸੋਰਸ ਪਤਾ ਨਾ ਲੱਗਿਆ, ਕਹਿਣਾ ਬਹੁਤ ਮੁਸ਼ਕਿਲ ਹੈ ਅੱਜ ਦੇ ਜ਼ਮਾਨੇ 'ਚ ਖਾਸ ਤੌਰ ਤੇ ਕਿ ਜਦੋਂ ਕਿ ਤਸਵੀਰਾਂ ਜਿਹੜੀਆਂ ਨੇ ਤੁਸੀਂ ਆਨਲਾਈਨ ਇੰਨੀ ਫੇਕ ਤਸਵੀਰਾਂ ਬਣਾ ਸਕਦੇ ਹੋ ਕਿ ਤੁਸੀਂ ਰੀਅਲ ਤੇ ਓਰੀਜਨਲ 'ਚ ਫਰਕ ਭੁੱਲ ਜਾਓਗੇ। ਇਸ ਕਰਕੇ ਆਥੈਂਟਿਸਿਟੀ ਸਿਰਫ ਤਸਵੀਰਾਂ ਦੇ ਬੇਸ ਤੇ ਕਹਿਣਾ ਵੀ ਉਹ ਕਿੱਥੇ ਜਾ ਰਿਹਾ ਇਟਸ ਵੈਰੀ ਰੋਂਗ। ਤੇ ਮੈਨੂੰ ਨਹੀਂ ਲੱਗਦਾ ਵੀ ਏਜੰਸੀਜ਼ ਜਿਹੜੀ ਜੈਨੂਇਨ ਇਨਫੋਰਮੇਸ਼ਨ ਉਹ ਰਿਲੀਜ਼ ਕਰ ਰਹੀਆਂ, ਕਿਉਂਕਿ ਬਹੁਤ ਸੈਂਸਿਟਿਵ ਇਨਫੋਰਮੇਸ਼ਨ ਹੈ। ਕਿਉਂਕਿ ਅਗਰ ਉਹ ਸਾਰੀ ਇਨਫੋਰਮੇਸ਼ਨ ਲੀਕ ਕਰ ਦੇਣਗੇ, ਉਹ ਡੈਫੀਨਿਟਲੀ ਦੂਜੇ ਧਿਰ ਵੀ ਫਾਇਦਾ ਚੁੱਕੇਗਾ ਉਹਦਾ। ਉਹਨਾਂ ਨੂੰ ਪਤਾ ਲੱਗੇਗਾ ਵੀ ਕੀ ਚੱਲ ਰਿਹਾ ਤੇ ਕੀ ਨਹੀਂ ਚੱਲ ਰਿਹਾ। ਤੀਜਾ ਮੇਰਾ ਮੰਨਣਾ ਆਇਆ ਹੈਗਾ ਵੀ ਸ਼ਾਇਦ ਇਹ ਤਸਵੀਰਾਂ ਜਿਹੜੀ ਰਿਲੀਜ਼ ਕੀਤੀ ਜਾ ਰਹੀਆਂ ਸਿਰਫ ਔਰ ਸਿਰਫ ਮਿਸਗਾਈਡ ਕਰਨ ਵਾਸਤੇ, ਇੱਕ ਤਰ੍ਹਾਂ ਤੋਂ ਜਾਂਚ ਨੂੰ ਕਿਸੇ ਦੂਜੀ ਦਿਸ਼ਾ 'ਚ ਮੋੜਨ ਵਾਸਤੇ ਕੀਤੀ ਜਾ ਰਹੀਆਂ ਨੇ। ਰਣੇ, ਸਵਾਲ ਇਹ ਹੈ ਕਿ ਜੇਕਰ ਇਹਨਾਂ ਤਸਵੀਰਾਂ ਦਾ ਸੀਕੁਐਂਸ ਅਸੀਂ ਦੇਖੀਏ, ਕਈ ਸਾਰੀ ਸੀਸੀਟੀਵੀ ਫੁਟੇਜ, ਕਈ ਸਾਰੇ ਮੋਬਾਈਲ ਕਲਿੱਪ ਅਜਿਹੇ ਸਾਹਮਣੇ ਆਏ। ਇਹ ਤਸਵੀਰ ਨੇ, ਪਹਿਲਾਂ ਤਸਵੀਰਾਂ ਬਾਰੇ ਚਰਚਾ ਕਰਦੇ ਹਾਂ ਫਿਰ ਅੱਗੇ। ਆਹ ਤਸਵੀਰ ਇੱਕ ਹੈਗੀ ਹੈ ਜਿਸ ਦੇ ਵਿੱਚ ਇੱਕ ਸ਼ਖਸ ਨਜ਼ਰ ਆਉਂਦਾ ਹੈ, ਬਿਲਕੁਲ ਅੰਮ੍ਰਿਤਪਾਲ ਜਿਹੜਾ ਹੈਗਾ ਉਹ ਨਜ਼ਰ ਆਉਂਦਾ ਹੈ, ਵਾਕ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਤੇ ਇੱਕ ਤਸਵੀਰ ਆ ਹੈਗੀ ਹੈ ਜਿਸ ਦੇ ਵਿੱਚ ਉਹ એનર્ਜੀ ਡਰਿੰਕ ਪੀਂਦਾ ਨਜ਼ਰ ਆ ਰਿਹਾ ਹੈ। ਇੱਕ ਤਸਵੀਰ ਆ ਹੈਗੀ ਹੈ ਜਿਸ ਤੇ ਉਹ ਰੇੜੇ ਤੇ ਬੈਠਾ ਹੋਇਆ ਨਜ਼ਰ ਆ ਰਿਹਾ ਹੈ। ਬਿਲਕੁਲ ਠੀਕ ਹੈ। ਸੋ ਇਹ ਤਸਵੀਰਾਂ ਨੂੰ ਕਿਸ ਤਰੀਕੇ, ਇਹ ਤਾਂ ਮੰਨੀ ਜਾ ਸਕਦੀ ਹੈ ਕਿ ਸੀਸੀਟੀਵੀ ਫੁਟੇਜ ਹੈਗੀ ਹੈ। ਇਹ ਤਸਵੀਰ ਪਹਿਲਾਂ ਸੀਸੀਟੀਵੀ ਦੇ ਵਿੱਚ ਸਾਹਮਣੇ ਆਈ ਸੀਗੀ ਔਰ ਸੀਸੀਟੀਵੀ ਕਲਿੱਪ ਦਾ ਇੱਕ ਹਿੱਸਾ, ਪਰ ਇਹ ਤਸਵੀਰ ਜਿਹੜੀ ਲੇਟੈਸਟ ਸਾਹਮਣੇ ਆਈ, ਜਿਹੜੀ ਕੱਲ ਸਾਹਮਣੇ ਆਈ, ਹਾਲਾਂਕਿ ਇਸ ਦੀ ਆਥੈਂਟਿਸਿਟੀ ਕੀ ਹੈ ਔਰ ਉਸ ਤੋਂ ਬਾਅਦ ਇਹ ਤਸਵੀਰ ਸਾਹਮਣੇ ਆਈ। ਪਰ ਜੇਕਰ ਇਸ ਟਾਈਮ ਦੀ ਪੋਜੀਸ਼ਨ ਦੇਖੀਏ, ਅੰਮ੍ਰਿਤਪਾਲ, ਭਾਰਤੀ ਐਮਬੈਸੀ ਇਹ ਕਹਿੰਦੀ ਹੈ ਕਿ ਅੰਮ੍ਰਿਤਪਾਲ ਨੇਪਾਲ ਦੇ ਵਿੱਚ ਹੈ, ਨੇਪਾਲ ਸਰਕਾਰ ਨੂੰ ਲਿਖ ਚੁੱਕੀ ਹੈ। ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਜਿਹੜੀ ਜਿਹੜਾ એનર્ਜੀ ਡਰਿੰਕ ਲੈਂਦਿਆਂ ਦੀ ਤਸਵੀਰ ਹੈ, ਕਿਉਂਕਿ ਜੈਕਟਸ ਪਾਈਆਂ ਹੋਈਆਂ ਨੇ ਔਰ ਜਿਹੜਾ ਸੀਨ ਹੈਗਾ, ਸੋ ਇਹ ਮੰਨਿਆ ਜਾਂਦਾ ਕਿ ਕਿਤੇ ਉੱਤਰਾਖੰਡ ਦੀ ਤਸਵੀਰ ਤਾਂ ਨਹੀਂ। ਮਤਲਬ ਤਸਵੀਰਾਂ ਕਿਸ ਤਰੀਕੇ ਹੈਲਪ ਕਰ ਸਕਦੀਆਂ ਨੇ ਸਾਈਬਰ ਐਕਸਪਰਟਸ? ਦੇਖੋ, ਸਾਈਬਰ ਐਕਸਪਰਟ ਨੂੰ ਤਸਵੀਰਾਂ ਅਗਰ ਜੈਨੂਇਨ ਸੋਰਸ ਤੋਂ ਕੋਈ ਤਸਵੀਰ ਆ ਰਹੀ ਹੈ, ਬਹੁਤ ਹੈਲਪ ਕਰ ਸਕਦੀਆਂ ਨੇ। ਹਰ ਚੀਜ਼ ਜੀਓ ਟੈਗਿੰਗ ਇੱਕ ਤਸਵੀਰ ਦੀ ਹੈਲਪ ਕਰਦੀ ਹੈ, ਕਿਹੜੇ ਕੈਮਰੇ ਤੋਂ ਲਿੱਤੀ ਗਈ ਹੈ, ਕਿਸ ਸੀਸੀਟੀਵੀ ਤੋਂ ਲਿੱਤੀ ਗਈ ਹੈ, ਉਹਦੀ ਲੋਕੇਸ਼ਨ ਪਤਾ ਲੱਗ ਜਾਂਦੀ ਹੈ, ਇੱਕ ਰੂਟ ਮੈਪ ਬਣਾਇਆ ਜਾ ਸਕਦਾ ਵੀ ਉਹ ਉਸ ਲੋਕੇਸ਼ਨ ਤੋਂ ਕਿਸ ਪਾਸੇ ਜਾ ਸਕਦਾ ਹੈ। ਅਗਰ ਆਪਾਂ ਇਹ ਮੰਨ ਕੇ ਚੱਲੀਏ ਕਿ ਤਸਵੀਰਾਂ ਉੱਤਰਾਖੰਡ ਦੀ ਹੈਗੀਆਂ ਤਾਂ ਡੈਫੀਨਿਟਲੀ ਏਜੰਸੀਜ਼ ਵਿਲ ਪ੍ਰੀਜ਼ਿਊਮ ਕਿ ਉਹ ਨੇਪਾਲ ਜਾ ਸਕਦਾ ਹੈ। ਉਧਰੋਂ ਨੇਪਾਲ ਜਾਣਾ ਉਹਦੇ ਵਾਸਤੇ ਈਜ਼ੀ ਹੈ, ਕਿਉਂਕਿ ਅਸੀਂ ਕਨੈਕਟਿੰਗ ਇਸ ਨੂੰ ਇਸ ਕਰਕੇ ਕਰ ਰਹੇ ਹਾਂ ਕਿ 25 ਤਾਰੀਖ ਦੀ ਇੱਕ ਚਿੱਠੀ ਹੈ ਇੰਡੀਅਨ ਐਮਬੈਸੀ ਦੀ, ਜਿਹੜੀ ਇੰਡੀਅਨ ਐਮਬੈਸੀ ਨੇ ਨੇਪਾਲ ਦੀ ਗਵਰਨਮੈਂਟ ਦੇ ਫੋਰਨ ਮਿਨਿਸਟਰੀ ਨੂੰ ਲਿਖੀ ਕਿ ਅੰਮ੍ਰਿਤਪਾਲ ਨੇਪਾਲ ਦੇ ਵਿੱਚ ਹੈ। ਅੱਜ 28 ਤਾਰੀਖ ਹੋ ਚੁੱਕੀ ਹੈ, ਇਹ ਤਸਵੀਰ ਆਂਦੀ ਹੈ ਕੱਲ। ਇਹ ਵੀ ਆਪਣੇ ਆਪ ਵਿੱਚ ਸਮਝਣ ਵਾਲੀ ਗੱਲ ਹੈ ਕਿ ਇੱਕ ਤਸਵੀਰ ਜਿਹੜੀ 25 ਤਾਰੀਖ ਨੂੰ ਸਰਕਾਰ ਮੰਨ ਚੁੱਕੀ ਹੈ ਕਿ ਉਹ ਨੇਪਾਲ ਦੇ ਵਿੱਚ ਹੈ, ਇੱਕ ਤਸਵੀਰ ਕੱਲ ਸਾਹਮਣੇ ਆਉਂਦੀ ਹੈ ਔਰ ਉਸ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੁਲੀਆ ਹੈਗਾ ਜਾਂ ਜਿਹੜੇ ਕੱਪੜੇ ਹੈਗੇ ਆ, ਇਹ ਲੱਗ ਰਿਹਾ ਕਿ ਠੰਡੇ ਕਿਸੇ ਸੂਬੇ ਵਿੱਚ ਹੈਗੇ ਨੇ। ਸੋ ਕਿਤੇ ਨਾ ਕਿਤੇ ਕਨੈਕਟਡ, ਔਰ ਇੰਡੀਆ ਤੋਂ ਨੇਪਾਲ ਜਾਣ ਦਾ ਰੂਟ ਉੱਤਰਾਖੰਡ ਦੇ ਰਾਹੀਂ ਵੀ ਜਾਂਦਾ ਹੈ। ਦੇਖੋ, ਜ਼ਿਆਦਾਤਰ ਕ੍ਰਿਮੀਨਲ ਜਿਹੜੇ ਹੈਗੇ ਆ ਜਦੋਂ ਇੰਡੀਆ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਆ, ਨੇਪਾਲ ਰੂਟ ਉਹਨਾਂ ਵਾਸਤੇ ਸਭ ਤੋਂ ਈਜ਼ੀ ਹੁੰਦਾ ਹੈ। ਤੁਸੀਂ ਬਿਲਕੁਲ ਸਹੀ ਕਿਹਾ ਸੀਗਾ ਕਿ ਨੇਪਾਲ ਬਾਰਡਰ ਓਪਨ ਹੈਗਾ, ਇਟਸ ਨਾਟ ਪੋਸੀਬਲ ਟੂ ਮੋਨੀਟਰ ਈਚ ਐਂਡ ਐਵਰੀ ਇੰਚ ਆਫ ਦਾ ਬਾਰਡਰ। ਤੇ ਨੇਪਾਲ ਚੋਂ ਇੰਡੀਆ ਆਣਾ ਤੇ ਇੰਡੀਆ ਚੋਂ ਨੇਪਾਲ ਜਾਣਾ ਬਹੁਤ ਈਜ਼ੀ ਹੈ। ਬਿਲਕੁਲ। ਤੇ ਫਿਰ ਨੇਪਾਲ ਤੋਂ ਕੋਈ ਵੀ ਇੰਟਰਨੈਸ਼ਨਲ ਫਲਾਈਟ ਫੜ ਕੇ ਵਟਐਵਰ ਡਾਕੂਮੈਂਟਸ ਦੇ ਕੈਨ ਮੇਕ, ਉਹਦੇ ਬੇਸ ਤੇ ਜਾਣਾ ਉਹਨਾਂ ਵਾਸਤੇ ਕਾਫੀ ਈਜ਼ੀ ਹੋ ਜਾਂਦਾ ਹੈ। ਤੇ ਇਸ ਕਰਕੇ ਵੀ ਏਜੰਸੀਜ਼ ਪ੍ਰੀਕਾਸ਼ਨਸ ਵੀ ਲੈ ਰਹੀ ਹੋ ਸਕਦੀਆਂ ਐਂਡ ਜੈਨੂਇਨਲੀ ਵੀ ਪੋਸੀਬਿਲਿਟੀ ਹੈਗੀ ਹੈ ਕਿ ਨੇਪਾਲ ਦੇ ਥਰੂ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਛਾ, ਇਸ ਗੱਲ ਦੀ ਕਿੰਨੀ ਪੋਸੀਬਿਲਿਟੀ ਰਹਿ ਜਾਂਦੀ ਹੈ ਕਿ ਇਹ ਤਸਵੀਰਾਂ ਮੋਰਫਡ ਹੋਣ, ਇਹ ਤਸਵੀਰਾਂ ਐਡੀਟਡ ਹੋਣ? ਦੇਖੋ, ਜਦੋਂ ਤੱਕ ਤਸਵੀਰਾਂ ਹੱਥ ਨਹੀਂ ਆਉਂਦੀ, ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਮੋਰਫਡ ਹੋ ਸਕਦੀਆਂ ਨਹੀਂ ਹੋ ਸਕਦੀਆਂ। ਮੋਰਫ ਤੋਂ ਜ਼ਿਆਦਾ ਅੱਜ ਦੀ ਡੇਟ ਦੇ ਵਿੱਚ ਡੀਪ ਫੇਕ ਦਾ ਜ਼ਮਾਨਾ ਹੈਗਾ। ਡੀਪ ਫੇਕ, ਅੱਛਾ, ਇਹ ਟਰਮ ਕੀ ਹੈ? ਇਹ ਸਾਡੇ ਦਰਸ਼ਕਾਂ ਨੂੰ, ਕਿਉਂਕਿ ਅਸੀਂ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਡੀਪ ਫੇਕ ਜਿਹੜੀ ਚੀਜ਼ ਹੈਗੀ ਹੈ, ਡੀਪ ਫੇਕ ਇੱਕ ਮੋਰਫ ਤੋਂ ਨੈਕਸਟ ਲੈਵਲ ਦੀ ਚੀਜ਼ ਹੈ। ਉਹਦੇ ਵਿੱਚ ਇਨਫੈਕਟ ਕੋਈ ਵੀ ਟੂਲ ਜਾਂ ਕੋਈ ਵੀ ਐਨਾਲਾਈਸਿਸ ਹੈ ਪ੍ਰੂਵ ਨਹੀਂ ਕਰ ਪਾਉਂਦਾ ਕਿ ਇਹ ਤਸਵੀਰ ਜਿਹੜੀ ਹੈ ਇਹ ਜੈਨੂਇਨ ਨਹੀਂ ਹੈਗੀ। ਡੀਪ ਫੇਕ ਇਜ਼ ਐਗਜ਼ੈਕਟਲੀ ਦਾ ਰੈਪਲੀਕਾ। ਈਵਨ ਡੀਪ ਫੇਕ ਜਿਹੜਾ ਹੈਗਾ, ਇਹਨੂੰ ਕਈ ਤਰੀਕੇ ਨਾਲ ਟੈਕਨੋਲੋਜੀ ਨੂੰ ਯੂਜ਼ ਵੀ ਕੀਤਾ ਜਾ ਰਿਹਾ ਹੈ ਮੂਵੀਜ਼ ਦੇ ਵਿੱਚ, ਸ਼ੂਟਿੰਗਸ ਦੇ ਵਿੱਚ।
ਅੱਜ ਦੀ ਡੇਟ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਉਹਨੂੰ ਫੇਕ ਬੇਸਿਕਲੀ ਓਵਰਲੈਪ ਕਰ ਦਿੰਦੇ ਹੋ, ਸਿੰਕ ਕਰ ਦਿੰਦੇ ਹੋ ਕਿ ਨੋਬਡੀ ਕੈਨ ਅੰਡਰਸਟੈਂਡ ਕਿ ਓਰੀਜਨਲ ਹੈ ਕਿ ਫੇਕ ਹੈ। ਯਾਨੀ ਜਿਹੜੀ ਮੂਵਮੈਂਟ ਵਾਲੀ ਚੀਜ਼ਾਂ ਵੀ ਨੇ ਉਹਦੇ ਉੱਤੇ ਵੀ ਜਿਸ ਤਰੀਕੇ ਇੱਕ ਐਪਲੀਕੇਸ਼ਨ ਹੈਗੀ ਹੈ ਉਸ ਦੇ ਵਿੱਚ ਕਿਸੇ ਵੀ ਫਿਲਮ ਦਾ ਕਲਿੱਪ ਲੈ ਕੇ Exactly. ਆਪਣਾ ਚਿਹਰਾ ਆਪਣਾ ਚਿਹਰਾ ਉਹਦੇ ਉੱਤੇ ਲਗਾ ਸਕਦੇ ਹੋ। ਬਿਲਕੁਲ, ਤੇ ਉਸੇ ਦਾ ਫਿਰ ਸਟਿਲ ਫਰੇਮ ਲੈ ਕੇ ਦਿਖਾਇਆ ਜਾ ਸਕਦਾ ਹੈ ਕਿ ਦੇਖੋ ਮੈਂ ਸੀ ਜਾਂ ਇਹ ਸ਼ਖਸ ਸੀ। ਐਗਜ਼ੈਕਟਲੀ, ਤੁਹਾਡੇ ਮੋਬਾਈਲ ਤੇ ਐਪਸ ਹੈਗੀਆਂ ਜਿੱਥੇ ਤੁਸੀਂ ਕੋਈ ਵੀ ਮੰਨ ਲਓ ਕੋਈ ਜਸਟ ਫॉर ਐਂਟਰਟੇਨਮੈਂਟ ਤੁਸੀਂ ਕੋਈ ਫਿਲਮ ਸਟਾਰ ਦੇ ਉੱਤੇ ਆਪਣਾ ਫੇਸ ਜਿਹੜਾ ਹੈਗਾ ਉਹਨੂੰ ਪੇਸਟ ਕਰ ਦਿੰਦੇ ਹੋ ਤਾਂ ਆਟੋਮੈਟਿਕਲੀ ਉਹ ਫਿਕਸ ਹੋ ਜਾਂਦਾ ਹੈ। ਸੋ ਆਲ ਦੀ ਮੂਵਮੈਂਟਸ ਵਿਲ ਬੀ ਆਟੋਮੈਟਿਕ। ਠੀਕ, ਅੱਛਾ, ਇਸੇ ਨਾਲ ਇੱਕ ਹੋਰ ਜੋੜਦੇ ਆ ਤਸਵੀਰ ਜਿਹੜੀ ਹੈ, ਮੈਂ ਇੱਕ ਵਾਰੀ ਇਸ ਤਸਵੀਰ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕਰਾਂਗੇ ਇੱਥੇ। ਇਸ ਦੇ ਵਿੱਚ ਜਿਹੜਾ ਡਾਊਟ ਹੋਇਆ ਸੀਗਾ ਕਿ ਇਹ ਪਲੈਟੀਨਾ ਬਾਈਕ, ਔਰ ਜਿਹੜਾ ਪਰਿਵਾਰ ਨੇ ਇੱਕ FIR ਦਿੱਤੀ ਸੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਲੈਟੀਨਾ ਬਾਈਕ ਇੱਥੇ ਛੱਡ ਗਿਆ ਸੀ ਸਾਡੇ ਕੋਲੋਂ, ਨੰਬਰ ਮੈਚ ਕੀਤਾ ਗਿਆ। ਕਿ ਡੀਪ ਫੇਕ ਦੇ ਵਿੱਚ ਅਸੀਂ ਇਹ ਮੰਨ ਲਈਏ ਕਿ ਫੇਸ ਚੇਂਜ ਹੋ ਜਾਂਦੇ ਆ, ਫੇਸ ਕਿਸੇ ਹੋਰ ਦੀ ਥਾਂ ਤੇ ਕਿਸੇ ਹੋਰ ਦਾ ਜਿਹੜਾ ਚਿਹਰਾ ਹੈ ਉਹ ਲੱਗ ਗਿਆ। ਬਿਲਕੁਲ ਲਗਾ ਸਕਦੇ ਹਾਂ, ਬਿਲਕੁਲ। ਜਦੋਂ ਡੀਪ ਫੇਕ ਦੇ ਵਿੱਚ ਨੰਬਰ ਵੀ ਚੇਂਜ ਹੋ ਸਕਦਾ ਹੈ ਕਿ ਇਹ ਲੁੱਕ ਵੀ ਚੇਂਜ ਹੋ ਸਕਦਾ ਹੈ। ਹਾਂਜੀ, ਚੇਂਜ ਹੋ ਸਕਦੀ ਹੈ, ਪੋਸਿਬਿਲਿਟੀ ਹਰ ਇੱਕ ਚੀਜ਼ ਦੀ ਹੈਗੀ ਹੈ। ਬਟ ਅਗਰ ਕਿਸੇ ਨੇ FIR ਦਿੱਤੀ ਹੈ ਤਾਂ ਡੈਫੀਨਿਟਲੀ ਉਹਨਾਂ ਦੇ ਨਾਲ ਉਹ ਇਨਸੀਡੈਂਸ ਹੋਇਆ ਹੈ ਤੇ ਆਪਾਂ ਇਹਨੂੰ ਫੇਕ ਨਹੀਂ ਮੰਨ ਸਕਦੇ ਕਿਉਂਕਿ ਉਹਨਾਂ ਨੇ ਉੱਥੇ ਤੁਹਾਡੇ ਕੋਲ ਕੋਈ ਫਿਜ਼ੀਕਲ ਐਵੀਡੈਂਸ ਹੈਗਾ। देयर इज समबडी हु इज ਕਲੇਮਿੰਗ ਕਿ ਹਾਂਜੀ ਸਾਡੇ ਕੋਲ ਇੱਥੇ ਆਏ ਸੀ ਤੇ ਇੱਥੇ ਬਾਈਕ ਛੱਡ ਕੇ ਗਏ। ਉੱਥੇ ਆਪਾਂ ਇਹਨੂੰ ਫੇਕ ਨਹੀਂ ਮੰਨ ਸਕਦੇ। ਠੀਕ, ਅੱਛਾ, ਇਹ ਜਿਹੜਾ ਪ੍ਰੋਸੈਸ ਹੈ, ਇਸ ਪ੍ਰੋਸੈਸ ਦੇ ਵਿੱਚ ਜਦੋਂ ਤੁਸੀਂ ਜਾਂਚ ਕਰਦੇ ਹੋ, ਕਿਉਂਕਿ ਤੁਹਾਡਾ ਇੱਕ ਵੱਡਾ ਤਜਰਬਾ ਹੈਗਾ ਇਸ ਤਰੀਕੇ ਦੇ ਕੇਸਿਸ ਨੂੰ ਹੈਂਡਲ ਕਰਨ ਦਾ, ਇਹ ਪਿਕਚਰਸ ਜਦੋਂ ਆਉਂਦੀਆਂ ਨੇ ਤਾਂ ਫਸਟ ਐਂਡ ਫੋਰਮੋਸਟ ਸਟੈਪ ਕੀ ਰਹਿੰਦਾ ਹੈ? ਮਤਲਬ ਇਹਨਾਂ ਦੀ ਆਥੈਂਟਿਸਿਟੀ ਜਾਂ ਸੋਰਸ? ਸਭ ਤੋਂ ਪਹਿਲਾਂ ਜਿਹੜਾ ਸਟੈਪ ਹੁੰਦਾ ਕਿ ਕਿਹੜੇ ਸੋਰਸ ਤੋਂ ਤੁਹਾਡੇ ਕੋਲ ਪਿਕਚਰਸ ਆਏ, ਉਸ ਸੋਰਸ ਨੂੰ ਆਥੈਂਟਿਕੇਟ ਤੇ ਵੈਰੀਫਾਈ ਕਰਨਾ। ਰਾਈਟ, ਕਿਉਂਕਿ ਇੱਕ ਗਲਤ ਇਨਫੋਰਮੇਸ਼ਨ ਤੁਹਾਨੂੰ ਕਿਸੇ ਵੀ ਤੁਹਾਡੀ ਜਾਂਚ ਨੂੰ ਕਿਸੇ ਵੀ ਰੋਂਗ ਡਾਇਰੈਕਸ਼ਨ 'ਚ ਮੋੜ ਸਕਦੀ ਹੈ। ਠੀਕ ਹੈ, ਠੀਕ ਹੈ। ਸਭ ਤੋਂ ਪਹਿਲਾਂ ਤੁਹਾਡਾ ਸੋਰਸ ਜਦੋਂ ਆਥੈਂਟਿਕੇਟ ਹੋਏਗਾ ਉਸ ਤੋਂ ਬਾਅਦ ਹੀ ਤੁਸੀਂ ਨੈਕਸਟ ਸਟੈਪ ਲਓਗੇ, ਤਾਂ ਹੀ ਤੁਸੀਂ ਇਨਫੋਰਮੇਸ਼ਨ ਨੂੰ ਇੱਕ ਆਥੈਂਟਿਕ ਜਾਂ ਜੈਨੂਇਨ ਸਮਝ ਸਕਦੇ ਹੋ। ਥੀਸ ਆਰ ਦ 2 ਮੋਸਟ ਬੇਸਿਕ ਸਟੈਪਸ ਵਿਚ ਹੈਜ਼ ਟੂ ਬੀ ਟੇਕਨ। ਰਾਈਟ, ਤੇ ਕ੍ਰਿਮੀਨੋਲੋਜੀ ਦੇ ਵਿੱਚ ਅਸੀਂ ਕਹੀਏ ਕਿ ਇੱਕ ਸ਼ਖਸ ਫਰਾਰ ਹੈ, ਸੂਬੇ ਦੀ ਪੁਲਿਸ, ਸੈਂਟਰਲ ਏਜੰਸੀਜ਼, ਖੁਫੀਆ ਏਜੰਸੀਜ਼ ਉਸ ਦੇ ਪਿੱਛੇ ਪਈਆਂ ਹੋਈਆਂ ਨੇ। ਹੁਣ ਇਸ ਤਸਵੀਰ ਤੋਂ ਬਾਅਦ ਇੱਕ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਕੀ ਇੱਕ ਫਰਾਰ ਹੋਇਆ ਸ਼ਖਸ, ਭਗੌੜਾ ਸ਼ਖਸ, ਉਹਦੇ ਕੋਲ ਇੰਨਾ ਟਾਈਮ ਹੋਏਗਾ ਕਿ ਉਹ ਕਿਤੇ ਗੱਡੇ ਤੇ ਬੈਠਾ ਹੈ ਤੇ ਉਹ ਰੁਕ ਕੇ ਕਹੇ ਕਿ ਮੇਰੀ ਤਸਵੀਰ ਕਲਿੱਕ ਕਰੋ ਔਰ ਮੈਂ ਸਮਾਈਲ ਵੀ ਦੇ ਰਿਹਾ? ਪੋਸੀਬਲ ਨਹੀਂ ਹੈ, ਕਦੇ ਵੀ ਪੋਸੀਬਲ ਨਹੀਂ ਹੈ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਸ਼ੁਰੂ ਤੋਂ ਡਾਊਟ ਹੈਗਾ ਇਹਨਾਂ ਤਸਵੀਰਾਂ ਦੀ ਆਥੈਂਟਿਸਿਟੀ ਤੇ। ਪੋਸੀਬਲ ਹੈਗਾ ਕਿ ਜੈਨੂਇਨ ਹੋ ਸਕਦੀਆਂ, ਨਹੀਂ ਵੀ ਹੋ ਸਕਦੀ, ਬਟ ਇਹਨੂੰ ਹੀ ਸਿਰਫ ਟਰੁੱਥ ਮੰਨ ਕੇ ਚੱਲਣਾ ਇਜ਼ ਨਾਟ ਇਕੱਲਾ ਇਹ ਟਰੂਥ ਨਹੀਂ। ਔਰ ਇਹਦੇ ਨਾਲ ਅਸੀਂ ਇੱਕ ਕਲਿੱਪ ਵੀ ਸੀਗਾ ਜਿਹੜਾ CCTV ਫੁਟੇਜ ਜਿਸ ਦੇ ਵਿੱਚ ਇਹ ਦੋਵੇਂ ਆਲਮੋਸਟ ਸੇਮ ਪੋਜੀਸ਼ਨ ਦੇ ਵਿੱਚ, ਹਾਲਾਂਕਿ ਡਾਊਟ ਸੀਗਾ ਉਹ ਕਿ ਹੋ ਸਕਦਾ ਹੈ ਉਹ CCTV ਫੁਟੇਜ ਜਿਸ ਤਰੀਕੇ ਸਾਹਮਣੇ ਆਇਆ ਔਰ ਉਸ ਤੋਂ ਬਾਅਦ ਇਹ ਤਸਵੀਰ ਸਾਹਮਣੇ ਆ ਗਈ ਕਲੀਅਰ, ਕਿ ਇਹ ਵੀ ਹੋ ਸਕਦਾ ਹੈ ਕਿ ਇਸ ਪੂਰੀ ਪ੍ਰੋਸੈਸ ਦੇ ਵਿੱਚ ਕੋਈ ਇਹਨਾਂ ਕਲਿੱਪਸ ਨੂੰ ਜਾਣਬੁੱਝ ਕੇ ਇਸ ਤਰੀਕੇ ਐਬਸੋਲੂਟਲੀ ਪ੍ਰੋਪਗੇਟ ਕਰ ਰਿਹਾ। ਮੇਰਾ ਡਾਊਟ ਇਹੀ ਹੈਗਾ ਵੀ ਇਹਨਾਂ ਕਲਿੱਪਸ ਨੂੰ ਜਾਣਬੁੱਝ ਕੇ ਇਸ ਤਰੀਕੇ ਨਾਲ ਰਿਲੀਜ਼ ਕੀਤਾ ਜਾ ਰਿਹਾ ਹੈ ਕਿ ਪੂਰੀ ਜਾਂਚ ਦੀ ਦਿਸ਼ਾ ਹੀ ਭਟਕ ਜਾਏ ਪੁਲਿਸ ਡਿਪਾਰਟਮੈਂਟ ਤੇ ਉਹ ਰੋਂਗ ਟਰੈਕ ਤੇ ਚਲੇ ਜਾਣ। ਦੈਟ ਇਜ਼ ਆਲਵੇਜ਼ ਪੋਸੀਬਲ। ਔਰ ਕਿਉਂਕਿ ਤੁਸੀਂ ਹੁਣ ਸਾਈਬਰ ਦੇ ਨਾਲ ਜੁੜੇ ਹੋ, ਸਾਈਬਰ ਐਕਸਪਰਟ ਵੀ ਹੋ, ਇੱਕ ਹੋਰ ਸਵਾਲ ਉੱਠਦਾ ਹੈ ਕਿ ਨੇਪਾਲ ਸਰਕਾਰ ਨੂੰ, ਨੇਪਾਲ ਦੇ ਵਿਦੇਸ਼ ਮੰਤਰਾਲੇ ਨੂੰ ਭਾਰਤੀ ਐਮਬੈਸੀ ਨੇ ਲਿਖਿਆ ਕਿ ਅੰਮ੍ਰਿਤਪਾਲ ਦੇ ਕੋਲ ਇੰਡੀਅਨ ਪਾਸਪੋਰਟ ਹੋ ਸਕਦਾ ਹੈ ਜਾਂ ਫੇਕ ਪਾਸਪੋਰਟ ਕਿਸੇ ਵੀ ਕੰਟਰੀ ਦਾ ਹੋ ਸਕਦਾ ਹੈ ਜਿਸ ਦੇ ਥਰੂ ਜਾਣ ਦੀ ਕੋਸ਼ਿਸ਼ ਕਰ ਸਕਦਾ ਹੈ। ਸਾਈਬਰ ਦੇ ਵਿੱਚ ਕਿਉਂਕਿ ਹੁਣ ਸਾਰਾ ਕੰਮ ਆਨਲਾਈਨ ਹੈਗਾ, ਕਿ ਅਜਿਹਾ ਕੋਈ ਸਿਸਟਮ ਹੈਗਾ ਕਿ ਜਿਸ ਦੇ ਥਰੂ ਇਹ ਚੈੱਕ ਕੀਤਾ ਜਾ ਸਕੇ ਕਿ ਇੱਕ ਪਾਸਪੋਰਟ ਜਿਹੜਾ ਸ਼ਖਸ ਦਿਖਾ ਰਿਹਾ ਹੈ ਉਹ ਨਕਲੀ ਹੈ, ਅਸਲੀ ਹੈ, ਜਾਂ ਉਹਦੇ ਡਾਕੂਮੈਂਟਸ ਅਸਲੀ ਨੇ ਜਾਂ ਨਕਲੀ ਨੇ? ਕਿ ਨੇਪਾਲ ਦੇ ਵਿੱਚ ਇਸ ਤਰੀਕੇ ਦੀ ਪੋਸਿਬਿਲਿਟੀ ਹੋ ਸਕਦੀ ਹੈ? ਕਿਉਂਕਿ ਅਸੀਂ ਉਹਨਾਂ ਤੋਂ ਕਹਿ ਦਿੱਤਾ ਹੈ ਕਿ ਤੁਸੀਂ ਦੇਖ ਲਓ ਕਿ ਤੁਹਾਡਾ ਰਾਹ ਫੜ ਕੇ ਨਾ ਤੁਰ ਜੇ, ਪਰ ਉਹਨਾਂ ਦੇ ਕੋਲ ਕੀ ਇਸ ਤਰੀਕੇ ਦੀ ਫੈਸਿਲਿਟੀ ਹੈਗੀ? ਕਿਉਂਕਿ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਚੀਜ਼ਾਂ ਆਬਜ਼ਰਵ ਦੇਖੋ, ਜਿਹੜਾ ਪਾਸਪੋਰਟ ਹੈਗਾ ਓਰੀਜਨਲ ਜਾਂ ਫੇਕ ਆਇਡੈਂਟੀਫਾਈ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਡਿਪੈਂਡ ਕਰਦਾ ਵੀ ਉਹ ਪਾਸਪੋਰਟ ਦੀ ਕਿੰਨੀ ਕੁ ਇਨਫੋਰਮੇਸ਼ਨ ਉਹਨਾਂ ਕੋਲ ਅਵੇਲੇਬਲ ਹੈਗੀ। ਸੈਕੰਡਲੀ ਉਹਨਾਂ ਦਾ ਡੇਟਾਬੇਸ ਕਿੰਨਾ ਕੁ ਵੱਡਾ ਹੈਗਾ, ਉਸ ਚੀਜ਼ ਤੇ ਕਾਫੀ ਚੀਜ਼ਾਂ ਡਿਪੈਂਡ ਕਰਦੀਆਂ ਕਿ ਪਾਸਪੋਰਟ ਦੀ ਆਥੈਂਟਿਸਿਟੀ ਵੈਰੀਫਾਈ ਕਰਨਾ। ਸਰਟਨਲੀ ਅਗਰ ਉਹਨੇ ਆਪਣਾ ਭੇਸ ਬਦਲ ਲਿਆ ਹੋਇਆ ਹੈ, ਉਹਨੇ ਸਭ ਕੁਝ ਆਪਣੀ ਲੁੱਕ ਐਂਡ ਫੀਲ ਚੇਂਜ ਕਰ ਲਈ ਹੋਈ ਹੈ, ਗੈਟਸ ਡਿਫਿਕਲਟ ਟੂ ਆਇਡੈਂਟੀਫਾਈ ਅ ਪਰਸਨ ਕਿਉਂਕਿ ਪੈਸੇਂਜਰ ਦਾ ਬਹੁਤ ਵੱਡਾ ਲੋਡ ਹੁੰਦਾ ਹੈ ਉਹਨਾਂ ਦੇ ਕੋਲ ਵੀ, ਤਾਂ ਉਹ ਬਹੁਤ ਮੁਸ਼ਕਿਲ ਹੈ ਜਦੋਂ ਤੱਕ ਟਿਪੀਕਲ ਪ੍ਰੋਪਰ ਇਨਫੋਰਮੇਸ਼ਨ ਨਾ ਹੋਏ ਉਸ ਚੀਜ਼ ਨੂੰ ਆਇਡੈਂਟੀਫਾਈ ਕਰਨਾ। ਔਰ ਇਸ ਸਭ ਦੇ ਵਿਚਾਲੇ ਜਿਹੜੇ ਸੋਰਸ ਤੋਂ ਇਹ ਤਸਵੀਰਾਂ ਆ ਰਹੀਆਂ ਨੇ, ਭਾਵੇਂ ਉਹ ਕੋਈ ਵੀ ਕਿਤੇ ਵੀ ਬੈਕ ਕੇ ਇਸ ਨੂੰ ਐਡਿਟ ਕਰ ਰਿਹਾ ਹੈ, ਉਹ ਕਿਸ ਤਰੀਕੇ, ਇੱਕ ਤਾਂ ਮਿਸਗਾਈਡ ਤਾਂ ਕਰ ਹੀ ਰਿਹਾ ਹੈ, ਪਰ ਕੀ ਉਹ ਵੀ ਉਸੇ ਕੈਟਾਗਰੀ ਵਿੱਚ ਕਾਊਂਟ ਹੋਏਗਾ ਜਿਹੜੀ ਅੰਮ੍ਰਿਤਪਾਲ ਦੀ ਮਦਦ ਕਰ ਰਹੀ ਹੈ ਔਰ ਜਿਨ੍ਹਾਂ ਤੇ NSA ਲੱਗ ਰਿਹਾ? ਦੇਖੋ, ਬੇਸਿਕਲੀ ਅਗਰ ਉਹ ਇਸ ਤਰ੍ਹਾਂ ਦੀ ਚੀਜ਼ਾਂ ਕਰ ਰਿਹਾ ਤੇ ਉਹ ਤਾਂ ਅਸਿਸਟ ਕਰ ਰਿਹਾ, ਇੱਕ ਕ੍ਰਿਮੀਨਲ ਨੂੰ ਅਸਿਸਟ ਕਰ ਰਿਹਾ, ਜਿਹੜਾ PO ਬਣਿਆ ਹੋਇਆ ਉਹਨੂੰ ਅਸਿਸਟ ਕਰਨਾ ਡੈਫੀਨਿਟਲੀ ਇਟਸ ਅ ਕ੍ਰਾਈਮ। ਸੋ ਕਿਤੇ ਨਾ ਕਿਤੇ ਇੱਕ ਪੁਲਿਸ ਵੱਲੋਂ ਇਹ ਵੀ ਆ ਜਿਹੜਾ ਡਿਪਾਰਟਮੈਂਟ, ਜਿਹੜਾ ਸਾਈਬਰ ਸੈੱਲ ਹੈਗਾ, ਇੱਕ ਸਾਈਬਰ ਸੈੱਲ ਨੂੰ ਲੈ ਕੇ ਕਈ ਸਾਰੇ ਸਵਾਲ ਹੁੰਦੇ ਨੇ ਰਾਣਾ ਜੀ, ਤੇ ਸਵਾਲ ਇਸ ਗੱਲ ਨੂੰ ਲੈ ਕੇ ਹੁੰਦਾ ਹੈ ਕਿ ਸਾਈਬਰ ਸੈੱਲ ਕੀ ਵਾਕਈ ਸਾਡਾ ਇੰਨਾ ਸਟਰੋਂਗ ਹੋ ਚੁੱਕਿਆ ਹੈ ਕਿ ਉਹ ਇਸ ਤਰੀਕੇ ਦੀ ਚੀਜ਼ਾਂ ਨੂੰ, ਕਿਉਂਕਿ ਇੱਥੇ ਸਵਾਲ ਕਿਉਂ ਉੱਠਿਆ,
18 ਤਰੀਕ ਵਾਲਾ ਕਲਿੱਪ ਜਿਹੜਾ ਸੀਗਾ ਉਹ ਸ਼ਾਇਦ 20 ਜਾਂ 21 ਤਰੀਕ ਨੂੰ ਜਾ ਕੇ ਸਾਹਮਣੇ ਆਇਆ। 18 ਤਰੀਕ ਦੀ ਫੁਟੇਜ ਜਿਹੜੀ ਸੀਗੀ, ਉਸ ਤੋਂ ਬਾਅਦ ਵਾਲੀ ਹੁਣ ਆ ਜਿਹੜੀ ਤਸਵੀਰਾਂ ਨੇ, ਇਹ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ, ਜਦਕਿ 25 ਤਰੀਕ ਨੂੰ ਸਰਕਾਰ ਮੰਨ ਚੁੱਕੀ ਹੈ ਕਿ ਉਹ ਨੇਪਾਲ ਦੇ ਵਿੱਚ ਹੈ। ਸੋ ਕੀ ਅਸੀਂ ਮੰਨੀਏ ਕਿ ਅਸੀਂ ਇਮੀਡੀਏਟ ਸਟੈਪ ਚੁੱਕਣ ਦੇ ਵਿੱਚ ਕਿਤੇ ਹਜੇ ਵੀ ਸਾਨੂੰ ਕਿਤੇ ਨਾ ਕਿਤੇ ਅਪਡੇਟ ਹੋਣ ਦੀ ਲੋੜ ਹੈ? ਨਹੀਂ, ਦੇਖੋ ਸਾਈਬਰ ਕ੍ਰਾਈਮ ਡਿਪਾਰਟਮੈਂਟ ਜਾਂ ਸਾਈਬਰ ਸੈੱਲ ਜਿਹੜੇ ਵੀ ਹੈਗੇ ਹਨ, ਆਈ ਵੋਂਟ ਸੇ ਕਿ ਉਹ ਕੈਪੇਬਲ ਹੈ ਕਿ ਨਹੀਂ ਹੈ, ਬਟ ਬਹੁਤ ਸਾਰੀ ਚੀਜ਼ਾਂ ਇਦਾਂ ਦੀ ਹੁੰਦੀਆਂ ਜਿਹੜੀ ਪਬਲਿਕ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾ ਸਕਦੀ। ਰਾਈਟ, ਕਿਉਂਕਿ ਉਹ ਚੀਜ਼ਾਂ ਪਬਲਿਕ ਜਾਣ ਦੇ ਨਾਲ ਪਬਲਿਕ ਨੂੰ ਤਾਂ ਪਤਾ ਲੱਗ ਜਾਂਦਾ ਹੈ, ਬਟ ਉਹਦੇ ਨਾਲ ਕ੍ਰਿਮੀਨਲਸ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਸਾਡੀ ਕੈਪੇਬਿਲਿਟੀ ਕੀ ਹੈ। ਸੈਕੰਡਲੀ, ਇਹ ਤਸਵੀਰਾਂ ਹਮੇਸ਼ਾ 2 ਜਾਂ 3 ਦਿਨ ਬਾਅਦ ਆ ਰਹੀਆਂ ਹੈ, ਉੱਥੇ ਉਹ ਡਾਊਟ ਕ੍ਰੀਏਟ ਹੁੰਦਾ ਵੀ ਇਹ ਤਸਵੀਰਾਂ ਜੈਨੂਇਨ ਹੈ ਕਿ ਨਹੀਂ ਹੈ। ਥਰਡ, ਅਗਰ ਆਪਾਂ ਮੰਨ ਕੇ ਚੱਲੀਏ ਕਿ ਸਾਈਬਰ ਕ੍ਰਾਈਮ ਦੇ ਕੋਲ ਟੂਲਸ ਜਾਂ ਜੋ ਵੀ ਹੈਗਾ ਉਹ ਹੈ ਕਿ ਨਹੀਂ ਹੈ, ਉਹ ਇੱਕ ਕਾਫੀ ਇੰਟਰਨਲ ਗੱਲ ਹੈ। ਆਈ ਡੋਂਟ ਵਾਂਟ ਟੂ ਡਿਸਕਲੋਜ਼ ਆਲਸੋ ਕੈਪੇਬਿਲਿਟੀ ਦੇ ਕਿਸੇ ਦੀ ਕੁਐਸਚਨ ਨਹੀਂ ਖੜਾ ਕੀਤਾ ਹੈ ਨਾ, ਬਟ ਦੇ ਆਰ ਡੂਇੰਗ देयर बेस्ट। ਦੇ ਆਰ ਆਵਰ ਸਾਈਬਰ ਕ੍ਰਾਈਮ ਡਿਪਾਰਟਮੈਂਟਸ ਆਰ ਵੈਰੀ ਵੈਰੀ ਸਟਰੋਂਗ। ਸਾਡੇ ਕੋਲ ਅੱਜ ਦੀ ਡੇਟ latest tools, manpower, trained manpower, private experts, they are assisting them, they are helping them. ਤੇ ਉਹਨਾਂ ਕੋਲ ਕਾਫੀ ਫਲੈਕਸੀਬਿਲਿਟੀ ਹੈਗੀ ਅੱਜ ਦੀ ਡੇਟ 'ਚ ਕੰਮ ਕਰਨ ਵਾਸਤੇ। ਰਾਈਟ, ਤੇ ਜਿਹੜਾ ਹੁਣ ਦਾ ਟਾਈਮ ਜਿਹੜਾ ਹੈਗਾ ਜਦੋਂ ਗੂਗਲ ਵੀ ਇਹ ਕਹਿੰਦਾ ਕਿ ਕੋਈ ਇਮੇਜ ਅਪਲੋਡ ਕਰੋ ਔਰ ਉਸ ਦਾ ਬੈਕਗ੍ਰਾਉਂਡ ਹਿਸਟਰੀ ਜਿਹੜੀ ਹੈਗੀ ਉਹ ਬਤਾ ਦਿੱਤੀ ਜਾਵੇ। ਨਹੀਂ, ਗੂਗਲ ਰਿਵਰਸ ਇਮੇਜ ਇਜ਼ ਨਾਟ ਵੈਰੀ, ਹਾਂ, ਗੂਗਲ ਰਿਵਰਸ ਇਮੇਜ ਸਰਚ ਇਜ਼ ਨਾਟ ਵੈਰੀ ਇਫੈਕਟਿਵ। ਅਗਰ ਫੋਰ ਐਗਜ਼ਾਮਪਲ ਤੁਸੀਂ ਆਪਣੀ ਇਮੇਜ ਅਪਲੋਡ ਕਰਕੇ ਦੇਖੋਗੇ ਤਾਂ ਤੁਹਾਨੂੰ ਹਰ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਇਨਫੈਕਟ ਸਾਡੇ ਤਰ੍ਹਾਂ ਦਾ ਅਟਾਇਰ ਪਾਇਆ ਹੋਏਗਾ, ਕੱਪੜੇ ਪਾਏ ਹੋਣਗੇ, ਸਪੈਕਸ ਲਗਾਏ ਹੋਣਗੇ, ਸਾਡਾ ਹੇਅਰ ਸਟਾਈਲ ਹੋਏਗਾ, ਉਹ ਸਾਰੀ ਪਿਕਚਰਸ ਚੱਕ ਕੇ ਲਿਆਂਦਾ। ਇਟ ਇਜ਼ ਨਾਟ ਯੈਟ ਪਰਫੈਕਟ। ਉਹਨਾਂ ਨੂੰ ਐਨਾਲਾਈਜ਼ ਕਰਨ ਵਾਸਤੇ देयर आर सो मेनी अदर ਟੂਲਸ ਵਿਚ ਆਰ ਨਾਟ ਇਨ ਦਾ ਪਬਲਿਕ ਡੋਮੇਨ। ਉਹ ਪਬਲਿਕ ਵਾਸਤੇ ਨਹੀਂ ਹੁੰਦੇ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦੌਰ ਹੈ, AI ਦਾ ਦੌਰ ਹੈ, ਐਂਡ ਮੋਰ ਥਿੰਗਸ ਆਰ ਬੇਸਡ ਔਨ AI, ਤਾਂ ਕਿ ਇਸ ਪੂਰੇ ਪ੍ਰੋਸੈਸ ਦੇ ਵਿੱਚ ਅੰਮ੍ਰਿਤਪਾਲ ਆਪਰੇਸ਼ਨ ਉਸ ਦਾ ਇੱਕ ਪਾਰਟ ਹੈਗਾ, ਪਰ ਕ੍ਰਾਈਮ ਨੂੰ ਇੰਟਰੋਗੇਟ ਕਰਨ ਦੇ ਵਿੱਚ AI ਕਿਤੇ ਹੈਲਪਫੁਲ ਹੋ ਰਹੀ ਹੈ? AI ਡੈਫੀਨਿਟਲੀ ਹੈਲਪਫੁਲ ਹੈ ਜੀ। AI ਔਰ ਮਸ਼ੀਨ ਲਰਨਿੰਗ ਬਹੁਤ ਹੈਲਪਫੁਲ ਹੁੰਦੀਆਂ ਨੇ ਚੀਜ਼ਾਂ 'ਚ। ਫੋਰ ਐਗਜ਼ਾਮਪਲ, ਅਗਰ ਅਸੀਂ terabytes of video search करने हैं तो AI can help with the face search, AI can help with the weapon search, AI can help with the so many other things। तो वो help करती है। इसे करके तुसी देखोगे अगर मैं जेन्युइन रिजल्ट मान के चला कि पुलिस रिजल्ट दे रही है, then it is still faster। ठीक है ना, वो एक या 2 स्टेप पीछे है क्योंकि क्रिमिनल तो अगे चल ही रहा है, पुलिस ਨੂੰ ਇਮੇਜਿਨ ਕਰਨਾ ਪੈਂਦਾ ਵੀ ਉਹ ਕਿੱਥੇ ਚੱਲ ਰਿਹਾ। ਰਾਈਟ, ਤੁਸੀਂ ਇੱਕ ਚੌਂਕ ਤੇ ਖੜੇ ਹੋ, ਤੁਸੀਂ ਕਿਹੜੇ ਪਾਸੇ ਮੁੜ ਸਕਦੇ ਹੋ? ਤੁਹਾਨੂੰ ਤਾਂ ਮੰਨ ਲਓ ਮੈਂ ਕ੍ਰਿਮੀਨਲ ਹੈਗਾ, ਮੈਂ ਤਾਂ ਲੈਫਟ ਮੁੜ ਗਿਆ, ਬਟ ਪੁਲਿਸ ਤਾਂ ਤਿੰਨੋਂ ਦਿਸ਼ਾ ਮੰਨ ਕੇ ਚੱਲੇਗੀ ਕਿ ਉਹ ਲੈਫਟ, ਰਾਈਟ, ਸੈਂਟਰ, ਜਿੱਥੇ ਮਰਜ਼ੀ ਜਾਂ ਸਟ੍ਰੇਟ ਵੀ ਜਾ ਸਕਦਾ। ਰਾਈਟ, ਉਹ ਰਿਵਰਸ ਵੀ ਲੈ ਸਕਦਾ। ਤੇ ਪੁਲਿਸ ਕੋਲ ਇਹ ਹਮੇਸ਼ਾ ਇੱਕ ਕ੍ਰਿਮੀਨਲ ਤੋਂ ਜ਼ਿਆਦਾ ਕੰਮ ਹੁੰਦਾ ਕਰਨ ਵਾਸਤੇ। ਪੁਲਿਸ ਨੂੰ ਐਜ਼ਿਊਮ ਕਰਨਾ ਹੁੰਦਾ ਹੈ। ਜਿਹੜੀ ਇਨਫੋਰਮੇਸ਼ਨ ਆਂਦੀ ਹੈ, ਅਗਰ ਆਪਾਂ ਇਹ ਮੰਨ ਕੇ ਚੱਲੀਏ ਕੋਈ ਇਨਫਾਰਮਰ ਹੈਗਾ ਹੂ ਇਜ਼ ਗਿਵਿੰਗ ਦਾ ਕਰੈਕਟ ਇਨਫੋਰਮੇਸ਼ਨ, ਤੇ ਫਿਰ ਪੁਲਿਸ ਦਾ ਕੰਮ ਥੋੜਾ ਈਜ਼ੀ ਹੋ ਜਾਂਦਾ ਹੈ, ਇੱਕ ਪ੍ਰੀਸਾਈਜ਼ ਹੋ ਜਾਂਦਾ ਹੈ। ਅਗੇਨ ਉੱਥੇ ਗੱਲ ਆ ਜਾਂਦੀ ਵੀ ਅਸੀਂ ਸੋਰਸ ਨੂੰ ਕਿੰਨਾ ਕੁ ਆਥੈਂਟੀਕੇਟ ਕਰ ਰਹੇ ਹਾਂ। ਜਿਹੜਾ ਸੋਰਸ ਦੇ ਰਿਹਾ ਕੀ ਉਹ ਆਥੈਂਟੀਕੇਟਡ ਹੈਗਾ? ਇਫ ਯੈਸ, ਦੈਨ ਐਵਰੀਥਿੰਗ ਇਜ਼ ਵੈਲ ਐਂਡ ਗੁੱਡ। ਠੀਕ, ਚਲੋ ਮਨੋਜ ਦਾ ਰੁਕ ਕਰ ਲੈਂਦੇ। ਮਨੋਜ ਰਾਠੀ ਮੇਰੇ ਸਹਿਯੋਗੀ ਮੇਰੇ ਨਾਲ ਜੁੜ ਰਹੇ ਨੇ ਇਸ ਵੇਲੇ। ਮਨੋਜ ਰਾਣਾ ਜੀ ਮੇਰੇ ਨਾਲ ਮੌਜੂਦ ਨੇ, ਸਾਈਬਰ ਐਕਸਪਰਟ, ਤੇ ਸਵਾਲ ਜਵਾਬ ਅਸੀਂ ਕਰ ਰਹੇ ਹਾਂ ਅੰਮ੍ਰਿਤਪਾਲ ਦੇ ਕੇਸ ਨੂੰ ਲੈ ਕੇ। ਕਿ ਸਾਈਬਰ ਸੈੱਲ ਨੂੰ ਲੈ ਕੇ ਅਸੀਂ ਸਵਾਲ ਕਰ ਰਹੇ ਸੀਗੇ ਔਰ ਉਸੇ ਤੇ ਮੈਂ ਤੁਹਾਡੇ ਕੋਲ ਆ ਰਿਹਾ ਕਿ ਸਾਈਬਰ ਸੈੱਲ ਵਾਕਈ ਕੰਮ ਕਰ ਰਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਕੁਐਸਚਨ ਇਸ ਵੇਲੇ ਹੋ ਰਹੇ ਨੇ ਕਿ ਰੋਜ਼ ਇੱਕ ਕਲਿੱਪ ਆ ਜਾਂਦਾ ਹੈ, ਆਪਰੇਸ਼ਨ ਅੰਮ੍ਰਿਤਪਾਲ ਨਾ ਹੋ ਗਿਆ ਤਾਂ ਵੈਬ ਸੀਰੀਜ਼ ਹੋ ਗਿਆ ਕਿ ਰੋਜ਼ਾਨਾ ਇੱਕ ਐਪੀਸੋਡ ਆ ਗਿਆ, ਇੱਕ ਤਸਵੀਰ ਆ ਗਈ, ਲੋਕ ਫਿਰ ਕਿਊਰੀਅਸ ਹੋ ਜਾਂਦੇ ਕਿ ਅਗਲਾ ਐਪੀਸੋਡ ਕਦੋਂ ਆਏਗਾ, ਕੱਲ ਕੋਈ ਨਵਾਂ ਕਲਿੱਪ ਆਏਗਾ। ਕਿ ਵਾਕਈ ਸਾਈਬਰ ਸੈੱਲ ਕੋਈ ਕੰਮ ਕਰ ਰਿਹਾ ਇਸ ਨੂੰ ਲੈ ਕੇ? ਮਨੋਜ ਦੇਖੋ ਗਗਨ, ਬਹੁਤ ਸਾਰੀ ਚੀਜ਼ਾਂ ਇਹਦੇ ਵਿੱਚ ਹੈਗੀ। 18 ਮਾਰਚ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰੀਏ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ, ਲਗਾਤਾਰ ਪੰਜਾਬ ਪੁਲਿਸ ਦੇ ਨਾਲ ਜਿਹੜੀ ਹੋਰ ਏਜੰਸੀਜ਼ ਹੈ ਇਹਦੇ ਵਿੱਚ ਲਗਾਤਾਰ ਕੰਮ ਕਰ ਰਹੀ ਔਰ ਇਹ ਪੂਰਾ ਜਿਹੜਾ ਹੈਗਾ 18 ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰੀਏ, ਸਾਈਬਰ ਸੈੱਲ ਤੇ ਆਈਟੀ ਵਿੰਗ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ। ਕਿਉਂਕਿ ਆਥੈਂਟਿਸਿਟੀ ਕਿੰਨੀ ਹੈਗੀ ਹੈ ਇਹ ਬਹੁਤ ਮੈਟਰ ਕਰਦਾ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ, ਜਿਹੜੇ ਸਾਈਬਰ ਐਕਸਪਰਟ ਨੇ ਰਾਜੇਸ਼ ਰਾਣਾ ਜੀ, ਉਹਨਾਂ ਨੇ ਵੀ ਜਿਹੜਾ ਪੂਰਾ ਆਪਣਾ ਜਿਹੜਾ ਐਕਸਪੀਰੀਅੰਸ ਸਾਂਝਾ ਕੀਤਾ ਹੈ ਕਿ ਕਿਸ ਤਰ੍ਹਾਂ ਦੀ ਆਥੈਂਟਿਸਿਟੀ, ਕਿਹੜਾ ਸੋਰਸ ਹੈਗਾ, ਸੋਰਸ ਕਿਸ ਤਰ੍ਹਾਂ ਦੀ ਚੀਜ਼ਾਂ ਤੁਹਾਨੂੰ ਦੇ ਰਿਹਾ, ਇਹ ਬਹੁਤ ਡਿਪੈਂਡ ਕਰਦਾ। ਹੁਣ ਇਹ ਜਿਹੜੀ ਫੋਟੋਗ੍ਰਾਫਸ ਆ ਰਹੀ ਹੈ, ਚਾਹੇ ਉਹ ਜੁਗਾੜੂ ਰੈਡੀ ਦੀ ਜਾਂ ਫਿਰ ਉੱਥੇ ਹਾਈਵੇ ਦੇ ਨਾਲ ਬਹਿ ਕੇ ਸੌਫਟ ਡਰਿੰਕ ਪੀਣ ਦੀ ਜਾਂ ਫਿਰ ਹੋਰ ਚੀਜ਼ਾਂ ਦੀ ਹੈ, ਇਹਦੀ ਕਿੰਨੀ ਆਥੈਂਟਿਸਿਟੀ ਹੈ, ਕਿੰਨੇ ਅੱਗੇ ਰਿਲੀਜ਼ ਕੀਤੀ ਹੈ, ਕੋਈ ਰੋਂਗ ਸਾਈਡ ਨੂੰ ਤਾਂ ਨਹੀਂ ਜਾ ਰਹੀ ਡਾਇਰੈਕਸ਼ਨ, ਇਹ ਬਹੁਤ ਸਾਰੀ ਚੀਜ਼ਾਂ ਹੁੰਦੀ ਹੈ। ਲੇਕਿਨ ਇਸ ਵਿਚਾਲੇ ਸਾਈਬਰ ਸੈੱਲ ਹੈਗਾ ਇੱਕ ਪੁਆਇੰਟ ਤੇ ਕੰਮ ਕਰ ਰਿਹਾ। ਤੁਸੀਂ ਦੇਖੋ 18 ਮਾਰਚ ਤੋਂ ਲੈ ਕੇ ਹੁਣ ਤੱਕ ਦੀ ਚੀਜ਼ਾਂ, ਕਈ ਸੀਸੀਟੀਵੀ, ਕਈ ਫੋਟੋਗ੍ਰਾਫਸ,
ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ, ਚਾਹੇ ਉਹ ਜਲੰਧਰ ਦੀ ਹੋਵੇ, ਚਾਹੇ ਉਹ ਲੁਧਿਆਣਾ ਦੇ ਬੱਸ ਸਟੈਂਡ ਦੀ ਸੀਸੀਟੀਵੀ ਹੋਵੇ, ਚਾਹੇ ਉਹ ਸ਼ਾਹਬਾਦ ਦੇ ਘਰ ਦੀ ਸੀਸੀਟੀਵੀ ਹੋਵੇ, ਚਾਹੇ ਉਹ ਪਟਿਆਲਾ ਦੀ ਹੋਵੇ, ਪਪਲਪ੍ਰੀਤ ਦੇ ਅੰਮ੍ਰਿਤਪਾਲ ਦੀ ਲਗਾਤਾਰ ਮੂਵਮੈਂਟ ਦੀ ਹੋਵੇ, ਸੀਸੀਟੀਵੀ ਕਿੱਥੇ ਗਏ, ਬਲਜੀਤ ਕੌਰ, ਕਿਉਂਕਿ ਇਹਦੇ ਤੇ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਡਿਟੇਨ ਕਰਕੇ ਕੁਐਸਚਨਿੰਗ ਕੀਤੀ ਹੈ ਪੁਲਿਸ ਨੇ, ਉਹਨਾਂ ਨੇ ਦੱਸੀ ਹੈ ਗੱਲ ਕਿ ਇੱਥੇ ਇਹ ਆਏ ਸੀਗੇ, ਸਟੇ ਕੀਤਾ, ਚਾਹੇ ਉਹ ਬਲਜੀਤ ਕੌਰ ਹੋਵੇ, ਚਾਹੇ ਉਹ ਬਲਬੀਰ ਕੌਰ ਹੋਵੇ। ਬਲਬੀਰ ਕੌਰ ਨੇ ਦੱਸਿਆ, ਉਹੀ ਗੱਲ ਹੋਈ, ਸਕੂਟੀ ਲੈ ਕੇ ਗਈ ਸੀ, ਸਕੂਟੀ ਉੱਥੇ ਪਹੁੰਚਾਈ ਪਟਿਆਲਾ ਗੁਰਦੁਆਰਾ ਸਾਹਿਬ ਦੇ ਅੱਗੇ, ਬਲਜੀਤ ਕੌਰ ਤੋਂ ਕੁਐਸਚਨਿੰਗ ਹੋਈ, ਬਲਜੀਤ ਕੌਰ ਨੇ ਕਿਹਾ ਕਿ ਉਹਨੇ ਸਟੇ ਕੀਤਾ, ਉਹਨੇ ਇਹ ਸਾਰੀ ਚੀਜ਼ਾਂ ਕੀਤੀ। ਉਸ ਤੋਂ ਬਾਅਦ ਕਈ ਚੀਜ਼ਾਂ ਇਹਦੇ ਵਿੱਚ, ਜਿੱਦਾਂ ਹੋਰ ਵੀ ਕਈ ਜਿਹੜੇ ਕੁਐਸਚਨਿੰਗ ਕੀਤੀ ਹੈ, ਬਹੁਤ ਸਾਰੀ ਚੀਜ਼ਾਂ ਇਹਦੇ ਵਿੱਚ ਆਥੈਂਟਿਕ ਆਈ ਕਿ ਉਹ ਇੱਥੇ ਆਇਆ ਸੀਗਾ। ਇਹ ਜਿਹੜੀ ਸੀਸੀਟੀਵੀ ਨੇ ਉਹ ਪਪਲਪ੍ਰੀਤ ਤੇ ਅੰਮ੍ਰਿਤਪਾਲ ਦੀ ਹੈਗੀ ਹੈ, ਔਰ ਜਿਹੜੇ ਕੁਐਸਚਨਿੰਗ ਕੀਤੀ ਹੈ ਉਹਨਾਂ ਨੇ ਵੀ ਦੱਸਿਆ ਕਿ ਹਾਂਜੀ ਇਹ ਬੰਦੇ ਉਹ ਸੀਗੇ, ਇਹ ਸਾਨੂੰ ਮਿਲੇ ਸੀਗੇ, ਸਾਨੂੰ ਨਹੀਂ ਪਤਾ ਸੀਗਾ ਕਿ ਉਹ ਅੰਮ੍ਰਿਤਪਾਲ ਹੈਗਾ ਜਾਂ ਪਪਲਪ੍ਰੀਤ ਹੈਗਾ। ਹੁਣ ਇਹਦੇ ਵਿੱਚ ਸਾਈਬਰ ਸੈੱਲ ਦਾ ਹੀ ਬਹੁਤ ਬੜਾ ਸਹਿਯੋਗ ਹੈ ਜੀ। ठीक है मनोज, वापस आ रहे हैं थोड़े कोल ते तस्वीरां भी दिखा रहे हैं, सवाल भी चुक रहे हैं। रणे सवाल ये भी हैगा है कि WhatsApp कॉल ਨੂੰ ਲੈ ਕੇ, ਕਿਉਂਕਿ ਇਸ ਵੇਲੇ ਇੱਕ ਬੜਾ ਅਹਿਮ ਸੋਰਸ ਜਿਹੜਾ ਇਸ ਪੂਰੇ ਮਾਮਲੇ ਨੂੰ ਲੈ ਕੇ ਸੀਗਾ, ਕਾਲਿੰਗ ਬੰਦ ਕਰ ਦਿੱਤੀ ਗਈ ਸੀ ਜਾਂ ਕਾਲਿੰਗ ਅਲਾਉ ਸੀਗੀ, ਸਿਰਫ ਕਾਲਿੰਗ ਸਰਵਿਸ ਅਲਾਉ ਸੀ, ਇੰਟਰਨੈਟ ਬੰਦ ਸੀਗਾ, ਮੋਬਾਈਲ ਇੰਟਰਨੈਟ ਬੰਦ ਸੀਗਾ, ਡੋਂਗਲ ਇੰਟਰਨੈਟ ਬੰਦ ਸੀ। ਉਸ ਟਾਈਮ ਦੇ ਵਿੱਚ ਕਿੰਨੀ ਪੋਸਿਬਿਲਿਟੀ ਇਹ ਰਹਿ ਜਾਂਦੀ ਹੈ ਕਿ ਕੋਈ ਕ੍ਰਿਮੀਨਲ ਮਾਈਂਡ ਦਾ ਬੰਦਾ, ਜੇਕਰ ਅਸੀਂ ਇਸ ਨੂੰ ਮੰਨ ਲਈਏ ਕਿ ਇੱਕ ਸ਼ਖਸ ਸ਼ਾਤਰ ਦਿਮਾਗ ਹੈਗਾ, ਉਹ ਕੀ ਕੁਝ ਆਪਸ਼ਨਸ ਯੂਜ਼ ਕਰ ਸਕਦਾ ਹੈ, ਕਿਉਂਕਿ ਇਹ ਵੀ ਸਾਹਮਣੇ ਆਇਆ ਕਿ ਅੰਮ੍ਰਿਤਪਾਲ ਕਿਤੇ ਨਾ ਕਿਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। WhatsApp ਕਾਲ ਕੀਤੀਆਂ ਗਈਆਂ ਜੰਮੂ ਦੇ ਵਿੱਚ, ਜਿਹੜੀ ਪਪਲਪ੍ਰੀਤ ਦੇ ਪਰਿਵਾਰ ਨੂੰ ਕੀਤੀਆਂ ਗਈਆਂ ਜਾਂ ਉਸਦੀ ਸਿਸਟਰ ਨੂੰ, ਉਸਦੇ ਬ੍ਰਦਰ ਇਨ ਲਾਅ ਨੂੰ ਕਾਲ ਕੀਤੀ ਗਈ। ਉਹਨਾਂ ਨੇ ਮੰਨਿਆ ਕਿ 20 ਵਾਰ ਕਾਲ ਹੋਈ, ਸਾਡੇ ਕੋਲ WhatsApp ਕਾਲ ਆਈ। ਔਰ ਦੂਜਾ ਇਹ ਕਿ WhatsApp ਕਾਲ ਨੂੰ ਲੈ ਕੇ ਹੁਣ ਤੱਕ ਇਹ ਮੰਨਿਆ ਜਾਂਦਾ ਰਿਹਾ ਕਿ WhatsApp ਕਾਲ ਅਪਰਾਧੀਆਂ ਦੇ ਲਈ ਜਾਂ ਇਸ ਤਰੀਕੇ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਲਈ ਇੱਕ ਸੇਫਰ ਹੈ, ਕਿਉਂਕਿ ਉਹ ਔਨ ਰਿਕਾਰਡ ਨਹੀਂ ਲਿਆ ਜਾ ਸਕਦਾ। ਕੀ ਇਸ ਦੇ ਵਿੱਚ ਹਿੱਟ ਕੀਤਾ ਜਾ ਰਿਹਾ ਹੁਣ ਇਸ ਚੀਜ਼ ਨੂੰ? ਡੈਫੀਨਿਟਲੀ ਪਹਿਲਾਂ ਤਾਂ ਆਪਾਂ ਇੰਟਰਨੈਟ ਬੰਦ ਕਰਨ ਦੀ ਗੱਲ ਕਰਦੇ ਹਾਂ, ਕਿਉਂਕਿ ਇੰਟਰਨੈਟ ਦੇ ਥਰੂ ਜਿਹੜਾ ਰਿਊਮਰਸ ਨੇ, ਜਿਹੜੇ ਇਨਫੋਰਮੇਸ਼ਨ ਬਹੁਤ ਜਲਦੀ ਫਲੋ ਕਰਦੀ ਹੈ। ਰਾਈਟ, ਐਦਾਂ ਦੀ ਟੈਂਸ ਸਿਚੁਏਸ਼ਨ ਦੇ ਵਿੱਚ, ਸੈਂਸਿਟਿਵ ਸਿਚੁਏਸ਼ਨ ਦੇ ਵਿੱਚ ਡਿਪਾਰਟਮੈਂਟ ਸਹੀ ਸਟੈਪ ਲੈਂਦਾ ਵੀ ਇੰਟਰਨੈਟ ਬੰਦ ਕਰ ਦਿਓ, ਕਿਉਂਕਿ ਇਹ ਨਹੀਂ ਪਤਾ ਹੁੰਦਾ ਉਸ ਵੇਲੇ ਵੀ ਕਿਹੜੀ ਇਨਫੋਰਮੇਸ਼ਨ ਸਹੀ ਹੈ, ਕਿਹੜੀ ਗਲਤ ਹੈ। ਬਿਲਕੁਲ, ਡੈਫੀਨਿਟਲੀ ਜਿਹੜੇ ਕ੍ਰਿਮੀਨਲਸ ਹੈ, ਜਿਹੜੇ ਐਂਟੀ ਸੋਸਾਇਟੀ ਐਲੀਮੈਂਟਸ ਹੈਗੇ ਆ, ਉਹ ਬੇਸਿਕਲੀ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਬੜੀ ਛੇਤੀ ਇੱਕ ਰੋਂਗ ਇਨਫੋਰਮੇਸ਼ਨ ਫੈਲਾ ਕੇ ਪਬਲਿਕ ਨੂੰ ਰਾਈਟਸ ਨੂੰ ਫਲੇਅਰ ਅਪ ਕਰਦੇ ਆ। ਜਦੋਂ ਇਹ ਸਭ ਬੰਦ ਹੁੰਦਾ ਹੈ, ਤੁਹਾਡਾ ਡੋਂਗਲ ਬੇਸ ਇੰਟਰਨੈਟ ਬੰਦ ਹੈ, ਤੁਹਾਡੇ ਮੋਬਾਈਲ ਇੰਟਰਨੈਟ ਬੰਦ ਹੈ, ਬਟ ਤੁਹਾਡੀ ਲੈਂਡਲਾਈਨ ਇੰਟਰਨੈਟ ਚੱਲ ਰਹੇ ਹੁੰਦੇ ਆ ਜੀ। ਮੰਨ ਲਓ ਤੁਸੀਂ ਮੇਰੇ ਕੋਲ ਆਉਂਦੇ ਹੋ, ਮੇਰੇ ਘਰ ਦਾ ਇੰਟਰਨੈਟ ਯੂਜ਼ ਕਰਕੇ ਤੁਸੀਂ WhatsApp ਕਾਲ ਕਰ ਸਕਦੇ ਹੋ, ਉੱਥੋਂ ਤੁਹਾਨੂੰ ਇੰਟਰਨੈਟ ਮਿਲ ਜਾਂਦਾ ਹੈ, ਬਟ ਉਹ ਡੈਫੀਨਿਟਲੀ ਕਿਸੇ ਨਾ ਕਿਸੇ ਲੈਂਡਲਾਈਨ ਤੇ ਹੋਏਗਾ ਤੇ ਈਜ਼ੀਲੀ ਆਇਡੈਂਟੀਫਾਈਬਲ ਹੁੰਦਾ ਹੈ ਕਿ ਵੀ ਇੱਥੋਂ ਇਹ ਇੰਟਰਨੈਟ ਯੂਜ਼ ਹੋ ਰਿਹਾ ਹੈ। ਠੀਕ ਹੈ ਜੀ, ਇਹ ਪਾਰਟਿਕੂਲਰ ਪਰਪਸ ਵਾਸਤੇ ਯੂਜ਼ ਹੋ ਰਿਹਾ ਹੈ। ਔਰ ਇਹ ਕਾਫੀ ਬੜਾ ਮੁਸ਼ਕਿਲ ਕੰਮ ਸੀਗਾ ਏਜੰਸੀਆਂ ਵਾਸਤੇ ਇਹਨਾਂ ਕਾਲਸ ਨੂੰ ਕ੍ਰੈਕ ਕਰਨਾ, ਖਾਸ ਤੌਰ ਤੇ ਵਾਇਪ ਕਾਲ ਆਪਾਂ ਇਹਨਾਂ ਨੂੰ ਕਹਿੰਦੇ ਆ, ਵਾਇਸ ਓਵਰ ਇੰਟਰਨੈਟ ਪ੍ਰੋਟੋਕਾਲ, ਚਾਹੇ WhatsApp ਕਾਲ ਹੋਣ, ਸਕਾਈਪ ਕਾਲ ਹੋਣ। ਬਟ ਹੁਣ ਲੇਟੈਸਟ ਐਡਵਾਂਸਮੈਂਟ ਦੇ ਨਾਲ, ਲੇਟੈਸਟ ਟੂਲ ਦੇ ਨਾਲ ਥੋੜਾ ਜਿਹਾ ਈਜ਼ੀ ਹੋ ਗਿਆ ਹੈਗਾ, ਥੋੜੇ ਐਫਰਟਸ ਕਰਨ ਦੇ ਨਾਲ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਸਕਦਾ ਹੈ ਕਿ ਵੀ ਇਹ ਕਾਲਸ ਹੋ ਰਹੀਆਂ ਨੇ। ਤੇ ਉਹ ਡੈਫੀਨਿਟਲੀ ਉੱਥੇ ਟੈਕਨੋਲੋਜੀ ਦਾ ਕਾਫੀ ਅੱਛਾ ਯੂਜ਼ ਹੋਇਆ। ਇੱਕ ਜਿਹੜਾ ਇਸ ਕੇਸ ਦੇ ਵਿੱਚ ਇੱਕ ਹੋਰ ਪੁਆਇੰਟ ਸਾਹਮਣੇ ਆਇਆ ਕਿ ਕੋਡਿੰਗ ਦੇ ਵਿੱਚ ਗੱਲ ਹੋ ਰਹੀ ਸੀਗੀ, ਇਹ ਵੀ ਇੱਕ ਸੋਰਸ ਇਨਫੋਰਮੇਸ਼ਨ ਸੀਗੀ ਕਿ ਸਾਰੀ ਜਿਹੜੀ ਇਨਫੋਰਮੇਸ਼ਨ ਪਾਸ ਔਨ ਹੋ ਰਹੀ ਸੀਗੀ ਉਹ ਕੋਡਿੰਗ ਦੇ ਥਰੂ ਹੋ ਰਹੀ ਸੀ। ਇਹ ਜਦੋਂ ਇੱਕ ਸ਼ਖਸ ਇਸ ਲੈਵਲ ਤੱਕ ਸੋਚ ਰਿਹਾ ਹੈ ਕਿ ਮੈਂ ਪੂਰਾ ਮਤਲਬ ਪੁਰਾਣੀਆਂ ਫਿਲਮਾਂ ਵਿੱਚ ਲੋਕ ਦੇਖਦੇ ਸੀਗੇ, ਕਾਲਾ ਕਬੂਤਰ, ਬੱਦਲ ਸਾਫ਼ ਹੈ ਨਾ, ਅਸਮਾਨ ਸਾਫ਼ ਹੈ, ਉੜ ਗਿਆ, ਇਸ ਤਰੀਕੇ ਦੇ ਕੋਡਿੰਗ ਯੂਜ਼ ਹੁੰਦੀ ਸੀਗੀ ਪੁਰਾਣੀਆਂ ਫਿਲਮਾਂ ਵਿੱਚ, ਅਕਸਰ ਇਹ ਡਾਇਲੋਗ ਦੇਖੇ ਨੇ। ਪਰ ਰੀਅਲ ਐਕਚੁਅਲ ਜਿਹੜਾ ਐਕਸ਼ਨ ਦੇ ਵਿੱਚ ਇਸ ਤਰੀਕੇ ਦੀ ਕੋਡਿੰਗ, ਔਰ ਉਦੋਂ ਫਿਰ ਸਾਈਬਰ ਦੀ ਭੂਮਿਕਾ ਨੂੰ ਅਸੀਂ ਕਿਸ ਤਰੀਕੇ ਸਮਝੀਏ? ਦੇਖੋ, ਸਾਈਬਰ ਹਮੇਸ਼ਾ ਕੀਵਰਡਸ ਤੇ ਕੰਮ ਕਰਦਾ ਹੈ, ਜਾਂ ਕੋਈ ਵੀ ਏਜੰਸੀ ਹੈਗੀ ਹੈ ਉਹ ਡੈਫੀਨਿਟਲੀ ਕੀਵਰਡਸ ਤੇ ਕੰਮ ਕਰਦੀਆਂ ਨੇ। ਸਭ ਤੋਂ ਵੱਡਾ ਐਗਜ਼ਾਮਪਲ ਤੁਹਾਡੇ ਕੋਲ US ਦਾ ਹੈਗਾ, ਆਫਟਰ 9/11 ਉੱਥੇ ਅੱਜ ਤੱਕ ਕੋਈ ਵੀ ਵੱਡਾ ਇਨਸੀਡੈਂਸ ਨਹੀਂ ਹੋਇਆ। ਡੈਫੀਨਿਟਲੀ ਇੰਡੀਵਿਜੂਅਲ ਸ਼ੂਟਿੰਗਸ ਹੁੰਦੀ ਰਹਿੰਦੀਆਂ, ਉਹ ਡਿਫਰੈਂਟ ਚੀਜ਼ ਹੈ, ਅੱਜ ਵੀ ਹੋਈ ਹੈ, ਬਟ ਉੱਥੇ ਕੋਈ ਵੀ ਇਸ ਤਰ੍ਹਾਂ ਦੀ ਵੱਡੀ ਟੈਰਰ ਐਕਟੀਵਿਟੀ ਨਹੀਂ ਹੋਈ, ਬਿਕੋਜ਼ ਉਹਨਾਂ ਨੇ ਡਾਟਾ ਦੇ ਉੱਤੇ ਬਹੁਤ ਜ਼ਿਆਦਾ ਇਨਵੈਸਟਮੈਂਟ ਕੀਤਾ ਹੈ, ਬਹੁਤ ਕੰਮ ਕੀਤਾ ਹੈ। ਉਹ ਹਰ ਕੀਵਰਡ ਨੂੰ ਇੰਟਰਫੇਅਰ ਕਰਦੇ ਆ ਕਿ ਕੀ ਹੈ ਕੀਵਰਡ ਕਿਹੜੇ ਪਰਪਸ ਦੇ ਵਾਸਤੇ ਯੂਜ਼ ਕੀਤਾ ਜਾ ਰਿਹਾ, ਕਿਸ ਤਰੀਕੇ ਨਾਲ ਯੂਜ਼ ਕੀਤਾ ਜਾ ਰਿਹਾ। ਠੀਕ ਹੈ, ਇੱਕ ਆਪਾਂ ਅਗਰ ਇੱਕ ਗੱਲ ਕਰ ਰਹੇ ਹਾਂ ਕਿਸ ਪਰਸਪੈਕਟਿਵ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ, ਉਹ ਸਾਰਾ ਡਾਟਾ AI ਐਨਾਲਾਈਜ਼ ਕਰਦੀ ਹੈ। ਉਹਦੇ ਕਰਕੇ ਦੇ ਵਰ ਏਬਲ ਟੂ ਬੇਸਿਕਲੀ ਅਵੋਇਡ, ਦੇ ਵਰ ਏਬਲ ਟੂ ਸਟਾਪ ਦ ਸੋ ਮੈਨੀ ਇਨਸੀਡੈਂਸਿਸ ਜਿਹੜੇ ਪਬਲਿਕ ਦੇ ਵਿੱਚ ਨਹੀਂ ਆਏ। ਬਟ ਉਹਨਾਂ ਨੇ 9/11 ਤੋਂ ਬਾਅਦ ਆਈ ਬਿਲੀਵ ਦੇ ਹੈਵ ਮੇਡ ਅਰਾਊਂਡ 4 to 5,000 ਅਰੈਸਟਸ ਜਸਟ ਔਨ ਦ ਬੇਸਿਸ ਆਫ ਦ ਡਾਟਾ ਐਨਾਲਾਈਸਿਸ। ਠੀਕ ਹੈ, ਤੇ ਉੱਥੇ ਅੱਜ ਤੱਕ ਕੋਈ ਇਨਸੀਡੈਂਸ ਨਹੀਂ। ਡਾਟਾ ਤੁਹਾਨੂੰ ਬਹੁਤ ਹੈਲਪ ਕਰਦਾ ਹੈ, ਇਹ ਸਾਰੇ ਕੀਵਰਡਸ ਡੀਕੋਡ ਹੋ ਜਾਂਦੇ ਆ, ਕਿਉਂਕਿ ਉਹ ਅਗੇਨ ਪਰਸਪੈਕਟਿਵ ਦੇਖਿਆ ਜਾਂਦਾ ਵੀ ਕਿਉਂ ਪਰਸਪੈਕਟਿਵ ਕਰ ਰਿਹਾ। ਪਰ ਇਸ ਦੇ ਨਾਲ ਹੀ ਫਿਰ ਸਵਾਲ ਉੱਥੇ ਇਹ ਵੀ ਉੱਠਦਾ ਹੈ ਕਿ
ਹੁਣ ਦੋ ਮੁਲਕਾਂ ਦੀ ਜੇਕਰ ਪੈਰਲਲ ਰੱਖ ਕੇ ਗੱਲ ਕਰੀਏ, ਹਾਂਜੀ। ਅਮਰੀਕਾ ਦੇ ਵਿੱਚ ਜਦੋਂ ਏਜੰਸੀਜ਼ ਇਸ ਤਰੀਕੇ ਦਾ ਕੋਈ ਕੰਮ ਕਰਦੀਆਂ ਨੇ, ਇਵਨ ਗਵਰਨਮੈਂਟ ਕੋਈ ਸਟੈਪ ਚੁੱਕਦੀ ਹੈ, ਤਾਂ ਲੋਕ ਕਹਿੰਦੇ ਨੇ ਕਿ ਸਾਡਾ ਪਰਸਨਲ ਇੱਕ ਜਿਹੜਾ ਔਰਾ ਹੈਗਾ ਜਾਂ ਪਰਸਨਲ ਜਿਹੜਾ ਸਰਕਲ ਹੈ ਉਸ ਦੇ ਵਿੱਚ ਇੰਟਰਫੇਰੈਂਸ ਹੋ ਰਹੀ ਹੈ, ਮੇਰੀ ਪਰਸਨਲ ਇਨਫੋਰਮੇਸ਼ਨ ਕੋਈ, ਇਵਨ ਉੱਥੇ ਲੋਕ ਸਾਈਬਰ ਨੂੰ ਲੈ ਕੇ ਬੜੇ ਅਵੇਅਰ ਨੇ ਕਿ ਕਿਹੜੇ ਮੇਰੇ ਰਾਈਟਸ ਨੇ ਕਿਹੜੇ ਨਹੀਂ। ਭਾਰਤ ਵਰਗਾ ਮੁਲਕ ਜਾਂ ਪੰਜਾਬ ਵਿੱਚ ਅਸੀਂ ਗੱਲ ਕਰੀਏ ਜਿੱਥੇ ਲੋਕ ਇਹ ਗੱਲ ਵੀ ਫੇਸਬੁੱਕ ਤੇ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਤੁਹਾਡੀ ਮੌਤ ਕਿਹੜੇ ਸਾਲ ਵਿੱਚ ਹੋਵੇਗੀ, ਇਸ ਲਿੰਕ ਤੇ ਕਲਿੱਕ ਕਰੋ ਤੇ ਪਤਾ ਕਰ ਲਓ, ਜੀ। ਤੁਹਾਡਾ ਪਿਛਲਾ ਜਨਮ ਕੀ ਸੀਗਾ, ਇਸ ਲਿੰਕ ਤੇ ਪਤਾ। ਉਹਨਾਂ ਲੋਕਾਂ ਦੇ ਲਈ ਇਹ ਚੀਜ਼ ਨੂੰ ਦੱਸਣਾ ਕਿ ਇਹ ਤਸਵੀਰਾਂ ਅਸਲ ਹੋ ਸਕਦੀਆਂ ਨੇ, ਫਰਜ਼ੀ ਹੋ ਸਕਦੀਆਂ ਨੇ, ਜਾਂ ਕਿ ਨਕਲੀ ਹੋ ਸਕਦੀਆਂ ਨੇ, ਮੋਫਟ ਹੋ ਸਕਦੀਆਂ ਨੇ, ਇਹ ਆਪਣੇ ਆਪ ਵਿੱਚ ਕਿੰਨਾ ਵੱਡਾ ਚੈਲੰਜ, ਔਰ ਲੋਕਾਂ ਨੂੰ ਕਿਸ ਤਰੀਕੇ ਅਵੇਅਰ ਕੀਤਾ ਜਾਵੇ। ਸਵਾਲ ਇਸ ਦੁਨੀਆ ਦੇ ਵਿੱਚ ਹਰ ਕਿਸੇ ਦਾ ਆਪਣਾ ਇੱਕ ਓਪੀਨੀਅਨ ਹੈਗਾ। ਤੁਸੀਂ ਸਿਰਫ ਇਨਫੋਰਮੇਸ਼ਨ ਦੇ ਸਕਦੇ ਹੋ, ਰਾਈਟ। ਆਪਾਂ ਕਿਸੇ ਦਾ ਓਪੀਨੀਅਨ ਨਹੀਂ ਬਣਾ ਸਕਦੇ। ਇਹ ਬੜਾ ਮੁਸ਼ਕਿਲ ਕੰਮ ਹੈ। ਯੂ ਆਰ ਰਾਈਟ। ਦੇਖੋ ਯੂਐਸ ਦੇ ਵਿੱਚ ਜਦੋਂ ਗਵਰਨਮੈਂਟ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੇ ਸਟੈਪ ਚੁੱਕਦੀ ਹੈ, ਫੋਰ ਐਗਜ਼ਾਮਪਲ ਇੰਟਰਨੈਟ ਬੰਦ ਕਰਨਾ ਜਾਂ ਕੁਝ ਹੋਰ, ਉੱਥੇ ਦੀ ਪਬਲਿਕ ਜ਼ਿਆਦਾਤਰ ਗਵਰਨਮੈਂਟ ਨੂੰ ਸਪੋਰਟ ਕਰਦੀ ਹੈ। ਸਾਡੇ ਇੱਥੇ ਥੋੜਾ ਜਿਹਾ ਉਲਟ ਹੈਗਾ। ਅਸੀਂ ਹਮੇਸ਼ਾ ਅਗੇਂਸਟ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿਸੇ ਵੀ ਗਵਰਨਮੈਂਟ ਦੇ, ਕਿਉਂਕਿ ਸਾਨੂੰ ਗਵਰਨਮੈਂਟ ਦਾ ਪਹਿਲਾ ਪਰਪਸ ਹੁੰਦਾ ਹੈਗਾ ਵੀ ਲੋਕਾਂ ਦੀ ਜਾਨ ਬਚਾਈਏ। ਰਾਈਟਸ ਹੋਣਗੇ, ਨੁਕਸਾਨ ਸਿਰਫ ਆਮ ਪਬਲਿਕ ਦਾ ਹੋਏਗਾ, ਆਮ ਲੋਕਾਂ ਦਾ। ਆਮ ਲੋਕ ਮਰਨਗੇ, ਆਮ ਲੋਕਾਂ ਦੇ ਘਰ ਤੋੜੇ ਜਾਣਗੇ, ਆਮ ਲੋਕਾਂ ਦੀ ਗੱਡੀਆਂ ਤੋੜੀ ਜਾਣਗੀਆਂ। ਉਹਦਾ ਗਵਰਨਮੈਂਟ ਦਾ ਸਿਰਫ ਇੱਕੋ ਪਰਪਸ ਹੁੰਦਾ ਵੀ ਲੋਕਾਂ ਦੀ ਜਾਨ ਬਚਾਈਏ। ਬਟ ਯੂਐਸ ਦੇ ਵਿੱਚ ਇਦਾਂ ਸਟੈਪ ਚੁੱਕਿਆ ਜਾਂਦਾ, ਗਵਰਨਮੈਂਟ ਤੇ ਸ਼ਾਇਦ ਹੀ ਕੋਈ ਕੁਐਸਚਨ ਚੁੱਕਦਾ ਹੈ। ਜਦੋਂ ਗੱਲ ਆਪਣੇ ਰਾਈਟਸ ਦੀ ਆਉਂਦੀ ਹੈ ਜੀ, ਇੱਕ ਜਦੋਂ ਰਾਈਟਸ ਕਿੱਥੇ ਰਾਈਟਸ ਦੀ ਕੋਈ ਲਿਮਿਟ ਹੈਗੀ ਹੈ ਨਹੀਂ ਹੈਗੀ ਹੈ, ਜਦੋਂ ਆਪਣੀ ਕੋਈ ਨੈਸ਼ਨਲ ਸਿਕਿਉਰਿਟੀ ਦਾ ਮੈਟਰ ਹੈ, ਰਾਈਟ, ਉੱਥੇ ਕਿਹੜਾ ਰਾਈਟਸ ਕੰਮ ਕਰੇਗਾ। ਆਈ ਥਿੰਕ ਕਿ ਪਰਸਨਲ ਰਾਈਟਸ ਆਰ ਨਾਟ ਬਿਯੋਂਡ ਦੈਟ ਦਾ ਨੈਸ਼ਨਲ ਇੰਟਰਸਟ, ਨੈਸ਼ਨਲ ਸਿਕਿਉਰਿਟੀ, ਜਾਂ ਲੋਕਾਂ ਦੀ ਜਾਨ ਤੋਂ ਜ਼ਿਆਦਾ ਰਾਈਟਸ ਨਹੀਂ ਹੋ ਸਕਦੇ। ਠੀਕ। ਹੁਣ ਆਂਦੇ ਆਪਾਂ ਇਸ ਚੀਜ਼ ਨੂੰ ਦੱਸਣਾ, ਮੈਂ ਤੁਹਾਨੂੰ ਦੱਸਿਆ ਵੀ ਓਪੀਨੀਅਨਸ ਅਗਰ ਤੁਸੀਂ ਦੇਖੋਗੇ ਫੇਸਬੁੱਕ, ਟਵਿੱਟਰ ਭਰਿਆ ਪਿਆ ਹੈ। ਜਦੋਂ ਤੁਸੀਂ ਇਹਨਾਂ ਨੂੰ ਪੜ੍ਹਨ ਲੱਗ ਜਾਓਗੇ ਤਾਂ ਤੁਸੀਂ ਸ਼ਾਮ ਤੱਕ ਖੁਦ ਹੀ ਭੁੱਲ ਜਾਓਗੇ ਵੀ ਤੁਹਾਡਾ ਓਪੀਨੀਅਨ ਕੀ ਹੈ। ਇਟ ਇਜ਼ ਵੈਰੀ ਡਿਫਿਕਲਟ। ਅੱਜ ਦੀ ਡੇਟ 'ਚ ਇਨਫੋਰਮੇਸ਼ਨ ਘੱਟ ਫਲੋ ਹੁੰਦੀ ਹੈ, ਓਪੀਨੀਅਨਸ ਜ਼ਿਆਦਾ ਫਲੋ ਹੁੰਦੇ ਆ, ਲੋਕੀ ਆਪਣੇ ਓਪੀਨੀਅਨ ਇੰਨੇ ਕੁ ਬਣਾ ਲੈਂਦੇ ਆ, ਹਰ ਬੰਦਾ ਜੇਮਸ ਬੌਂਡ ਹੈ। ਬਿਲਕੁਲ। ਤੇ ਇੱਕ ਆਖਰੀ ਸਵਾਲ, ਆ ਜਿਹੜੀ ਤਸਵੀਰਾਂ ਜਿਨ੍ਹਾਂ ਤੇ ਆਪਾਂ ਲਗਾਤਾਰ ਚਰਚਾ ਕਰ ਰਹੇ ਹਾਂ, ਹਾਂਜੀ, ਕੀ ਇਸ ਦਾ ਦੂਜਾ ਪੱਖ ਵੀ ਹੋ ਸਕਦਾ ਹੈ? ਕੀ ਇਹ ਚੈਲੰਜ ਦੀ ਬਜਾਏ ਮਦਦਗਾਰ ਵੀ ਹੋ ਸਕਦੀਆਂ ਨੇ? ਦੇਖੋ ਚੈਲੰਜ ਆਈ ਡੋਂਟ ਥਿੰਕ ਕਿ ਉਹ ਰਿਲੀਜ਼ ਕਰ ਰਹੇ ਹੋਣਗੇ। ਆਈ ਐਮ ਵੈਰੀ ਸ਼ੋਰ ਕਿ ਉਹ ਬੰਦੇ ਕਦੇ ਵੀ ਅੰਮ੍ਰਿਤਪਾਲ ਕਿਉਂ ਆਪਣੀ ਪਿਕਚਰਸ ਰਿਲੀਜ਼ ਕਰੇਗਾ, ਉਹ ਚੈਲੰਜ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਇਹ ਡੈਫੀਨਿਟਲੀ, ਹਾਂ, ਅਗਰ ਉਹ ਰਿਲੀਜ਼ ਕਰ ਰਹੇ ਤਾਂ ਉਹ ਮਿਸਗਾਈਡ ਕਰਨ ਵਾਸਤੇ ਕਰ ਰਹੇ ਹੈ, ਦੈਟ ਆਈ ਕੈਨ ਟੈਲ ਯੂ। ਤਾਂ ਉਹਨਾਂ ਦਾ ਪਰਪਸ ਇੱਕੋ ਹੋ ਸਕਦਾ ਵੀ ਉਹ ਮਿਸਗਾਈਡ ਕਰ ਦੇਣ ਕਿ ਹਾਂਜੀ ਮੈਂ ਇੱਧਰ ਜਾ ਰਿਹਾ ਤੇ ਮੈਂ ਇੱਧਰ ਨਿਕਲ ਜਾ। ਅਗਰ ਉਹ ਖੁਦ ਰਿਲੀਜ਼ ਕਰ ਰਹੇ ਹੈ, ਅਗਰ ਕੋਈ ਸੋਰਸ ਵਿੱਚੋਂ ਦੇ ਰਿਹਾ, ਦੈਨ ਆਥੈਂਟਿਸਿਟੀ ਅਗੇਨ ਹੈਜ਼ ਟੂ ਬੀ ਵੈਰੀਫਾਈਡ ਆਫ ਦਾ ਸੋਰਸ ਐਂਡ ਆਫਟਰ ਦੈਟ ਇਮੇजेस। ਠੀਕ, ਇਹ ਦੋਨੋਂ ਸਟੈਪ ਬੜੇ ਜ਼ਰੂਰੀ ਹਨ। ਦੋਵੇਂ ਸਟੈਪ ਜ਼ਰੂਰੀ ਜੀ। ਜੀ, ਬਹੁਤ ਬਹੁਤ ਸ਼ੁਕਰੀਆ ਰਾਜੇਸ਼ ਰਾਣਾ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਸਾਡਾ ਸਟੂਡੀਓ ਵਿੱਚ ਆਲਵੇਜ਼ ਅ ਪਲੇਜ਼ਰ। ਥੈਂਕ ਯੂ। ਸੋ ਰਾਜੇਸ਼ ਰਾਣਾ ਜੀ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ, ਔਰ ਇਹ ਜਿਹੜਾ ਮਸਲਾ ਹੈਗਾ ਕਾਫੀ ਅਹਿਮ ਹੈ ਕਿ ਸਾਈਬਰ ਸੈੱਲ, ਸਾਈਬਰ ਸਿਕਿਉਰਿਟੀ, ਇਸ ਸਾਰੀ ਤਸਵੀਰ ਨੂੰ ਲੈ ਕੇ ਕਿਸ ਤਰੀਕੇ ਸਮਝਿਆ ਜਾਵੇ, ਕਿਸ ਤਰੀਕੇ ਇਸ ਪੂਰੀ ਪਿਕਚਰ ਨੂੰ ਸਮਝਿਆ ਜਾਵੇ, ਇਹ ਆਪਣੇ ਆਪ ਵਿੱਚ ਕਾਫੀ ਅਹਿਮ ਸਵਾਲ ਹੈ। ਔਰ ਇਸ ਦੇ ਨਾਲ ਜੁੜੇ ਹਰੇਕ ਪੱਖ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਆਪਰੇਸ਼ਨ ਅੰਮ੍ਰਿਤਪਾਲ ਨੂੰ ਲੈ ਕੇ ਜਿਹੜੇ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਵੀ ਨੇ ਕਿ ਇਹ ਤਸਵੀਰਾਂ ਆਥੈਂਟਿਕ ਨੇ ਜਾਂ ਨਹੀਂ ਨੇ, ਕਿ ਇਹ ਤਸਵੀਰਾਂ ਮੋਫਟ ਹੋ ਸਕਦੀਆਂ ਨੇ ਜਾਂ ਨਹੀਂ ਹੋ ਸਕਦੀਆਂ ਨੇ, ਇਹ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਲੱਭਣ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਔਰ ਇਹ ਜਵਾਬ ਇਸ ਲਈ ਤਾਂ ਕਿ ਆਮ ਲੋਕਾਂ ਨੂੰ, ਪੰਜਾਬ ਦੇ ਵਸਨੀਕਾਂ ਨੂੰ ਇਹ ਪਤਾ ਲੱਗੇ ਕਿ ਵਾਕਈ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਔਰ ਉਹ ਇੱਕ ਅਜਿਹੇ ਸ਼ਖਸ ਨੂੰ ਲੈ ਕੇ ਹੋ ਰਹੀਆਂ ਨੇ ਜਿਹੜਾ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਸੋ ਅੰਮ੍ਰਿਤਪਾਲ ਕਿੱਥੇ ਹੋ ਸਕਦਾ ਹੈ, ਇਸ ਨੂੰ ਲੈ ਕੇ ਸਵਾਲ ਲਗਾਤਾਰ ਉੱਠ ਰਹੇ ਨੇ। ਅੰਮ੍ਰਿਤਪਾਲ ਕਿੱਥੇ ਹੋ ਸਕਦਾ ਹੈ, ਕਿੱਥੇ ਮੌਜੂਦ ਹੋ ਸਕਦਾ ਹੈ? ਨੇਪਾਲ ਦੇ ਵਿੱਚ ਮੌਜੂਦ ਹੈ। ਨੇਪਾਲ ਤੋਂ ਕਿ ਕਿੱਥੇ ਜਾ ਸਕਦਾ ਹੈ? ਕਿ ਉਹ ਪਾਕਿਸਤਾਨ ਚਲਾ ਗਿਆ ਹੈ? ਸਵਾਲ ਇਸ ਗੱਲ ਨੂੰ ਲੈ ਕੇ ਹੈ। ਕਿ ਉਹ ਪਾਕਿਸਤਾਨ ਤੋਂ ਇਲਾਵਾ ਬ੍ਰਿਟੇਨ ਚਲਾ ਗਿਆ ਹੈ? ਸਵਾਲ ਇਸ ਗੱਲ ਨੂੰ ਲੈ ਕੇ ਹੈ। ਕਿ ਉਹ ਕੈਨੇਡਾ ਚਲਾ ਗਿਆ ਹੈ? ਸਵਾਲ ਇਸ ਗੱਲ ਨੂੰ ਲੈ ਕੇ ਹੈ। ਤੇ ਕੀ ਉਹ, ਔਰ ਇਸ ਸਭ ਦੇ ਵਿਚਾਲੇ 10 ਦਿਨਾਂ ਦੇ ਅੰਦਰ 10 ਤਸਵੀਰਾਂ ਜਿਹੜੀਆਂ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਨੇ, ਜਿਨ੍ਹਾਂ ਤੇ ਅਸੀਂ ਗੱਲ ਕਰ ਰਹੇ ਸੀਗੇ ਰਾਜੇਸ਼ ਰਾਣਾ ਦੇ ਨਾਲ, ਐਕਸਪਰਟ ਦੇ ਨਾਲ ਚਰਚਾ ਕਰ ਰਹੇ ਸੀ। ਇਹ ਤਸਵੀਰ ਲੇਟੈਸਟ ਹੈ, ਇਸ ਤੋਂ ਪਹਿਲਾਂ ਇਹ ਤਸਵੀਰ ਹੈ, ਫਿਰ ਇੱਕ ਸੀਸੀਟੀਵੀ ਫੁਟੇਜ ਹੈ, ਫਿਰ ਇੱਕ ਆਹ ਤਸਵੀਰ ਹੈਗੀ ਹੈ, ਫਿਰ ਇੱਕ ਆਹ ਤਸਵੀਰ ਹੈ ਜਿਸ ਦੇ ਵਿੱਚ ਕੁਝ ਵੀ ਨਜ਼ਰ ਨਹੀਂ ਆ ਰਿਹਾ, ਪਰ ਸਿਰਫ ਇੱਕ ਬੈਕ ਨਜ਼ਰ ਆ ਰਹੀ ਹੈ। ਔਰ 5ਵੇਂ ਨੰਬਰ ਦੀ ਤਸਵੀਰ ਜਿਹੜੀ ਹੈ, 6ਵਾਂ ਨੰਬਰ ਜਿਹੜਾ ਹੈਗਾ ਉਸ ਦੇ ਵਿੱਚ ਅੰਮ੍ਰਿਤਪਾਲ ਨਜ਼ਰ ਆ ਰਿਹਾ ਹੈ। ਲੁਧਿਆਣਾ ਦੇ ਨੇੜੇ ਦੀ ਇਹ ਤਸਵੀਰ ਦੱਸੀ ਗਈ ਸੀ। 7ਵੀਂ ਤਸਵੀਰ ਜਿਸ ਦੇ ਵਿੱਚ ਉਹ ਬਾਈਕ ਤੇ ਬੈਠਾ ਨਜ਼ਰ ਆਉਂਦਾ ਹੈ। 8ਵੀਂ ਤਸਵੀਰ ਦੇ ਵਿੱਚ ਵੀ ਬਾਈਕ ਤੇ ਮੌਜੂਦ ਹੈ। 9ਵੀਂ ਤਸਵੀਰ ਬਿਲਕੁਲ ਇੱਕ ਵੱਖਰੀ ਤਸਵੀਰ ਹੈ, ਔਰ 10ਵੀਂ ਤਸਵੀਰ ਜਿਹੜੀ ਹੈਗੀ ਹੈ ਉਹ ਸ਼ਾਇਦ ਕਿਸੇ ਪਿੰਡ ਦੇ ਵਿੱਚ ਖੜਾ ਹੈ। ਸੋ ਇਹ 10 ਤਸਵੀਰਾਂ ਵੱਖ-ਵੱਖ ਤਸਵੀਰਾਂ ਦੇ ਵਿੱਚ ਵੱਖ-ਵੱਖ ਹੁਲੀਆ, ਵੱਖ-ਵੱਖ ਰੂਪ, ਵੱਖ-ਵੱਖ ਅਕਸ ਸਾਹਮਣੇ ਆ ਰਹੇ ਨੇ। ਪਰ
ਸਵਾਲ ਇਹ ਹੈ ਕਿ ਆਥੈਂਟਿਸਿਟੀ, ਇਹਨਾਂ ਦੀ ਪ੍ਰਮਾਣਿਕਤਾ ਕੀ ਹੈ, ਇਹਨਾਂ ਦੀ ਸਚਾਈ ਕਿਸ ਤਰੀਕੇ ਸਾਹਮਣੇ ਆਵੇਗੀ ਔਰ ਕਿਸ ਤਰੀਕੇ ਜਾਂਚ ਕੀਤੀ ਜਾ ਰਹੀ ਹੈ। ਹੁਣ ਅਸੀਂ ਇਸੇ ਕਰਕੇ ਮਾਹਿਰ ਦੇ ਨਾਲ ਇਹ ਚਰਚਾ ਕੀਤੀ ਜਿਹੜੇ ਇਹਨਾਂ ਚੀਜ਼ਾਂ ਨੂੰ ਆਬਜ਼ਰਵ ਕਰਦੇ ਨੇ, ਜਿਹੜੇ ਦੇਖਦੇ ਨੇ ਕਿ ਕਿਸ ਤਰੀਕੇ ਕੀ ਕੁਝ ਸਾਹਮਣੇ ਆਇਆ ਇਸ ਕੇਸ ਦੇ ਵਿੱਚ, ਔਰ ਜਿਹੜੇ ਵੱਖ-ਵੱਖ ਪੁਲਿਸ ਏਜੰਸੀਜ਼ ਦੇ ਨਾਲ ਵੀ ਜਿਹੜੇ ਕੰਮ ਕਰਦੇ ਨੇ, ਉਹਨਾਂ ਨੂੰ ਅਸੀਂ ਇਹ ਸਵਾਲ ਪੁੱਛੇ ਕਿ ਇਹ ਤਸਵੀਰਾਂ ਕਿਸ ਤਰੀਕੇ ਕੀ ਇਹ ਮਦਦਗਾਰ ਹੋਣਗੀਆਂ ਜਾਂ ਚੈਲੰਜ ਨੇ। ਸੋ ਦੋਵੇਂ ਚੀਜ਼ਾਂ ਨੇ। ਤੁਹਾਡੇ ਫੋਨ ਦੇ ਵਿੱਚ ਵੀ ਇਹ ਤਸਵੀਰਾਂ ਆ ਸਕਦੀਆਂ ਨੇ, ਤੁਹਾਡੇ ਫੋਨ ਦੇ ਵਿੱਚ ਜਾਂ ਤੁਹਾਡੇ ਫੇਸਬੁੱਕ ਤੇ, ਤੁਹਾਡੇ ਟਵਿੱਟਰ ਤੇ ਇਸ ਤਰੀਕੇ ਦੇ ਵੀਡੀਓ ਕਲਿੱਪਸ ਆ ਸਕਦੇ ਨੇ। ਪਰ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਉਹ ਆ ਕਿਹੜੇ ਸੋਰਸ ਤੋਂ ਰਹੇ ਨੇ। ਕੋਈ ਤਸਵੀਰ ਆਈ, ਉਸ ਨੂੰ ਫਾਰਵਰਡ ਕਰ ਦੇਣਾ ਬਹੁਤ ਸੌਖਾ ਹੈ, ਉਸ ਤਸਵੀਰ ਦੀ ਸੱਚਾਈ ਨੂੰ ਜਾਣਨਾ ਔਖਾ ਹੁੰਦਾ ਹੈ ਔਰ ਫਾਰਵਰਡ ਕਰਨਾ ਸੌਖਾ ਹੁੰਦਾ ਹੈ। ਸੋ ਇਸ ਕਰਕੇ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਦੀ ਸੱਚਾਈ ਕੀ ਹੈ। ਨਿਊਜ਼ 18 ਪੰਜਾਬ ਇਹ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਜੋ ਇਸ ਪੂਰੇ ਮਾਮਲੇ ਨੂੰ ਲੈ ਕੇ ਆਪਰੇਸ਼ਨ ਜਿਸ ਤਰੀਕੇ ਚੱਲ ਰਿਹਾ ਹੈ, ਕਿਉਂਕਿ ਆਪਰੇਸ਼ਨ ਹਜੇ ਜਾਰੀ ਹੈ, 11ਵਾਂ ਦਿਨ ਅੱਜ ਹੋ ਚੁੱਕਿਆ ਹੈ ਔਰ 11ਵੇਂ ਦਿਨ ਆਪਰੇਸ਼ਨ ਜਾਰੀ ਹੈ ਔਰ 11ਵੇਂ ਦਿਨ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਉਸ ਦੇ ਵਿੱਚ ਪੂਰਾ ਸਿਕਿਉਰਿਟੀ ਜਿਹੜਾ ਏਜੰਸੀ, ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਉਹਨਾਂ ਦੀ ਗਾਈਡਲਾਈਨਸ ਤੇ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਜਿਹੜੀ ਕਾਰਜਸ਼ੈਲੀ ਹੈਗੀ ਹੈ, ਉਹਨਾਂ ਦਾ ਜਿਹੜਾ ਪ੍ਰੋਸੀਜਰ ਹੈਗਾ ਉਸ ਨੂੰ ਪ੍ਰਭਾਵਿਤ ਕੀਤੇ ਬਿਨਾ ਇਹ ਸਮਝਿਆ ਜਾਵੇ ਕਿ ਇਹ ਸਾਰਾ ਕੁਝ ਜਿਹੜਾ ਨਜ਼ਰ ਆਇਆ ਹੈ ਪਿਛਲੇ 10-11 ਦਿਨਾਂ ਦੇ ਅੰਦਰ, ਇਹ ਕਿਸ ਪਾਸੇ ਇਸ਼ਾਰਾ ਕਰਦਾ ਹੈ। ਸਰਕਾਰ ਦੇ ਆਥੈਂਟਿਕ ਦਸਤਾਵੇਜ਼ ਇਹ ਮੰਨ ਚੁੱਕੇ ਨੇ। ਅੰਮ੍ਰਿਤਪਾਲ ਨੇਪਾਲ ਦੇ ਵਿੱਚ ਹੈ। ਨੇਪਾਲ ਸਰਕਾਰ ਨੂੰ ਬਾਕਾਇਦਾ ਚਿੱਠੀ ਲਿਖੀ ਜਾ ਚੁੱਕੀ ਹੈ, ਨੇਪਾਲ ਦੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖੀ ਜਾ ਚੁੱਕੀ ਹੈ, ਅਪੀਲ ਕੀਤੀ ਜਾ ਚੁੱਕੀ ਹੈ ਕਿ ਇਹ ਸ਼ਖਸ ਜਿਹੜਾ ਭਾਰਤ ਤੋਂ ਫਰਾਰ ਹੈ ਉਸ ਸ਼ਖਸ ਨੂੰ ਨੇਪਾਲ ਤੋਂ ਫਰਾਰ ਨਾ ਹੋਣ ਦਿੱਤਾ ਜਾਵੇ।